ਸੰਗਤਾਂ ਦੋਏ ਹੱਥ ਜੋੜ ਸਾਵਧਾਨ ਇਕਾਗਰ ਚਿੱਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰੂ ਜੀ ਕੇ ਖਾਸ ਸਰੂਪ ਖਾਲਸਾ ਸਾਧ ਸੰਗਤ ਜੀ, ਸਤ ਸੰਗੀ ਜਨੋ, ਬਜ਼ੁਰਗੋ, ਮਤਾਓ, ਭਰਾਵੋ, ਭੈਣੋ, ਬੱਚਿਓ, ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੇ ਸੱਜੇ ਦਰਬਾਰ ਵਿੱਚ ਬੈਠ ਕੇ ਹਰੀ ਜਸ ਕੀਰਤਨ ਦਾ ਲਾਹਾ ਪ੍ਰਦਾਨ ਕਰਾਉਣਾ ਕੀਤਾ ਹੈ। ਆਪ ਸਾਰੇ ਜਾਣਦੇ ਹੋ ਕਿ ਇਸ ਨਗਰ ਬੰਗੋਵਾਣੀ ਦੀ ਸਾਧ ਸੰਗਤ ਤੇ ਇਲਾਕੇ ਦੀ ਸੰਗਤ ਵੱਲੋਂ 2 ਰੋਜ਼ਾ ਸਮਾਗਮ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਜਿਹਦੇ 'ਚ ਸੇਵਾ ਨਿਭਾਈ ਜਾ ਰਹੀ ਹੈ ਨਿਸ਼ਕਾਮ ਕੀਰਤਨੀ ਜਥੇ ਵੱਲੋਂ। ਅੱਜ ਦੂਸਰੇ ਦਿਨ ਦਾ ਸਮਾਗਮ ਚੱਲ ਰਿਹਾ ਹੈ। ਸਭ ਤੋਂ ਪਹਿਲੀ ਬੇਨਤੀ ਹੈ ਕਿ ਜਿੰਨੇ ਵੀ ਖਾਸ ਕਰਕੇ ਨੌਜਵਾਨ ਜਿਹੜੇ ਨੇ ਇਸ ਕੌਮ ਦੇ ਅੱਗੇ ਲੱਗੇ ਤੁਰਨ ਵਾਲੇ, ਜਿਹਨੀ ਅੱਗੇ ਲੈ ਕੇ ਜਾਣੀ ਇਸ ਗੱਲ ਨੂੰ, ਉਹ ਜ਼ਰੂਰ ਬਿਨਾਂ ਸੇਵਾ ਤੋਂ ਇੱਧਰ ਉੱਧਰ ਨਾ ਫਿਰਨ, ਥੋੜ੍ਹਾ ਚਿਰ ਜ਼ਰੂਰ ਸੰਗਤ ਵਿੱਚ ਬੈਠ ਕੇ ਆਪਣੇ ਬਾਰੇ ਸੋਚੀਏ ਵੀ ਅਸੀਂ ਕਿੱਧਰ ਨੂੰ ਚੱਲਣਾ, ਸਾਡੇ ਕੋਲ ਡਾਇਰੈਕਸ਼ਨ ਕੀ ਹੈ ਜਾਣ ਦੀ, ਸਾਡਾ ਜ਼ਿੰਦਗੀ ਦਾ ਟਾਰਗੇਟ ਕੀ ਹੈ, ਕਾਹਦੇ ਲਈ ਅਸੀਂ ਜੀ ਰਹੇ ਹਾਂ। ਇਸ ਲਈ ਜ਼ਰੂਰ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜਿਹੜੇ, ਤਾਂ ਕਿ ਇਸ ਦੀਵਾਨ ਵਿੱਚ ਰੂਬਰੂ ਬੜਾ ਸੁੰਦਰ ਪ੍ਰਬੰਧ ਕੀਤਾ ਗਿਆ ਹੈ, ਕਾਫੀ ਮਿਹਨਤ ਕੀਤੀ ਹੋਈ ਹੈ, ਦੀਵਾਨ ਦੀ ਸਜਾਵਟ ਕੀਤੀ ਹੋਈ ਹੈ, ਖੁੱਲੀਆਂ ਬੱਤੀਆਂ ਨੇ, ਖੁੱਲ੍ਹੇ ਥਾਂ ਦੇ ਇੱਦਾਂ ਦੇ ਦੀਵਾਨ ਹੋਣੇ ਚਾਹੀਦੇ ਜਿਹੜੇ ਇਸ ਤਰੀਕੇ ਨਾਲ ਸੰਗਤਾਂ ਸਾਰੀਆਂ ਸੱਜੀਆਂ ਹੋਣ, ਗੁਰੂ ਪਾਤਸ਼ਾਹ ਦੇ ਸਾਹਮਣੇ ਦਰਸ਼ਨ ਹੁੰਦੇ ਹੋਣ, ਗੁਰੂ ਕੇ ਸਿੱਖਾਂ ਦੇ ਦਰਸ਼ਨ ਹੁੰਦੇ ਹੋਣ। ਸੋ ਦੂਸਰੀ ਬੇਨਤੀ ਹੈ ਕਿ ਇਹ ਜਿਹੜੇ ਸਮਾਗਮ ਨੇ ਗੁਰੂ ਪਾਤਸ਼ਾਹ ਦੀ ਰਹਿਮਤ ਨਾਲ ਚੱਲ ਰਹੇ, ਇਹਨਾਂ ਵਿੱਚ ਗੁਰੂ ਪਾਤਸ਼ਾਹ ਸੇਵਾ ਇਹੋ ਹੀ ਲੈ ਰਹੇ ਨੇ ਤਾਂ ਕਿ ਸਾਡੇ ਅੰਦਰ ਕੌਮੀ ਪਿਆਰ ਜਾਗੇ, ਆਪਣੀ ਕੌਮ ਪ੍ਰਤੀ ਕੁਝ ਪਿਆਰ ਜਾਗੇ, ਆਪਣੇ ਦੇਸ਼ ਪ੍ਰਤੀ ਭਾਵਨਾਵਾਂ ਪ੍ਰਜਵਲਿਤ ਹੋਣ। ਅਸੀਂ ਇਸ ਪੰਜਾਬ ਦੀ ਸਰ ਜ਼ਮੀਨ ਤੇ ਜੰਮ ਕੇ ਇਸ ਜ਼ਮੀਨ ਵਾਸਤੇ ਇਹਨੂੰ ਗੰਦੀ ਕਰ ਰਹੇ ਹਾਂ ਕਿ ਇਹਨੂੰ ਚੰਗੀ ਕਰ ਰਹੇ ਹਾਂ। ਜਿਹੜੀ ਜ਼ਮੀਨ ਗੁਰੂਆਂ ਦੇ ਨਾਂ ਤੇ ਵਸਦਾ, ਪਹਿਲਾਂ ਪੰਜਾਬ ਜ਼ਰੂਰ ਰੰਗਲਾ ਹੋਊਗਾ, ਮੈਨੂੰ ਨਹੀਂ ਪਤਾ ਕਿਦਾਂ ਦਾ ਰੰਗਲਾ ਸੀ, ਪਰ ਅੱਜ ਜਿਹੜਾ ਪੰਜਾਬ ਹੈ ਇਹ ਥੋੜੇ ਥੋੜੀ ਵਿੱਥ ਤੇ ਇੱਥੇ ਕੇਸਰੀ ਨਿਸ਼ਾਨ ਝੁੱਲੇ ਨੇ, ਗੁਰਦੁਆਰੇ ਬਣੇ ਨੇ, ਬੜੇ ਸੁੰਦਰ ਗੁਰਦੁਆਰੇ ਤੁਸੀਂ ਪਿਆਰਿਓ ਤਿਆਰ ਕੀਤੇ ਹੋਏ ਹੈ। ਜਿੱਥੇ ਇਹ ਸਾਰਾ ਕੁਝ ਅੱਜ ਤੁਸੀਂ ਬੜਾ ਮਿਹਨਤ ਨਾਲ ਕੀਤਾ ਹੈ, ਉੱਥੇ ਅੱਜ ਅਸੀਂ ਲਾਈਫ ਸਟਾਈਲ ਦੇਖਣੀ ਹੈ। ਉਹਦੇ 'ਚ ਮੇਨ ਪੁਆਇੰਟ ਜਿਹੜੇ ਅਸੀਂ ਸਾਂਝੇ ਕਰਨੇ ਹੈ, ਉਹ ਤੁਹਾਡੇ ਨਾਲ ਸਾਂਝੇ ਕਰਨ ਤੋਂ ਪਹਿਲਾਂ ਦਾਸ ਦੀ ਪਹਿਲੀ ਛੋਟੀ ਜਿਹੀ ਇੱਕ ਬੇਨਤੀ ਹੁੰਦੀ ਹੈ ਕਿ ਜਿੰਨਾ ਚਿਰ ਤੱਕ ਪਾਠੀ, ਗ੍ਰੰਥੀ, ਕਥਾਵਾਚਕ, ਪ੍ਰਚਾਰਕ, ਨਾਲ ਨਾਲ ਕੀਰਤਨੀਏ, ਕਵੀ, ਕਵੀਸ਼ਰੀ, ਜਥੇਦਾਰ ਸਾਹਿਬਾਨ, ਇਹ ਹੈ ਕੌਮ ਦਾ ਇੱਕ ਹਿੱਸਾ ਜਿਹੜਾ ਬਹੁਤ ਅਹਿਮ ਹਿੱਸਾ ਹੈ। ਇਹਨੀ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ। ਇਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ, ਇਹਨਾਂ ਕੋਲ ਮੁੱਢਲੀ ਵਿਦਿਆ ਵੀ ਹੋਣੀ ਚਾਹੀਦੀ ਹੈ,
ਵੀ ਐਵੇਂ ਨਹੀਂ 2 ਅੱਖਰ ਵੀ ਨਹੀਂ ਪੜ੍ਹੇ ਤੇ ਉਹਦੀ ਗੁਰੂ ਗ੍ਰੰਥ ਸਾਹਿਬ ਦੀ ਆ ਕੇ ਤਾਬਿਆ ਬਹਿ ਕੇ ਪਾਠ ਪੜ੍ਹਨ ਲੱਗ ਪਿਆ, ਬਹੁਤ ਗਲਤ ਹੈ ਕੰਮ। ਉਹਨਾਂ ਕੋਲ ਪੂਰਾ ਸਰਟੀਫਿਕੇਟ ਹੋਣਾ ਚਾਹੀਦਾ ਹੈ, ਉਹਨਾਂ ਦਾ ਜੀਵਨ ਸਿੱਖੀ 'ਚ ਲਪਾਲਪ ਭਰਿਆ ਹੋਣਾ ਚਾਹੀਦਾ ਹੈ, ਉਹਨਾਂ ਦਾ ਸਤਿਕਾਰ ਵੀ ਸੰਗਤ ਵੱਲੋਂ ਪੂਰਾ ਹੋਣਾ ਚਾਹੀਦਾ ਹੈ, ਤਾਂ ਕਿ ਸਾਡੇ ਧਾਰਮਿਕ ਪ੍ਰੀਚਰ ਨੇ, ਜਿਵੇਂ ਤੁਹਾਡੇ ਇਸ ਇਲਾਕੇ ਵਿੱਚ ਪਾਦਰੀ ਫਿਰਦੇ ਨੇ, ਉਹਨਾਂ ਦੀ ਸਪੈਸ਼ਲ ਵਰਦੀ ਹੈ, ਉੱਤੇ ਉਹਨੀ ਐਸ ਲਾਈ ਹੋਈ ਹੈ ਆਪਣੇ ਕਾਲਰਾਂ ਦੇ ਉੱਤੇ, ਉਹਨਾਂ ਨੂੰ ਪੈਸੇ ਈਸਾਈ ਮਤ ਵੱਲੋਂ ਸਿੱਧੇ ਉਹਦੇ ਵਿੱਚ ਆ ਰਹੇ ਨੇ, ATM ਵਿੱਚ ਆ ਰਹੇ ਹੈ, ਮਤਲਬ ਉਹ ਦਿਨੇ ਰਾਤ ਦੌੜ ਕੇ ਈਸਾਈ ਧਰਮ ਦਾ ਪ੍ਰਚਾਰ ਕਰਦੇ ਫਿਰਦੇ ਨੇ। ਇਸੇ ਤਰੀਕੇ ਨਾਲ ਸਿੱਖ ਧਰਮ ਵਿੱਚ ਗ੍ਰੰਥੀ ਸਿੰਘ ਦੀ ਉਹਨਾਂ ਦੇ ਬਰਾਬਰ ਦੀ ਪੋਸਟ ਹੈ, ਪਾਦਰੀ ਦੇ ਬਰਾਬਰ ਦੀ ਪੋਸਟ ਗ੍ਰੰਥੀ ਸਿੰਘ ਦੀ ਹੈ। ਹਿੰਦੂਆਂ ਵਿੱਚ ਉਹ ਪੋਸਟ ਬ੍ਰਾਹਮਣ ਦੀ ਹੈ, ਤੇ ਮੁਸਲਮਾਨਾਂ 'ਚ ਪੋਸਟ ਮੌਲਵੀ ਦੀ ਹੈ। ਇਹ ਚਾਰੇ ਜਿਹੜੀਆਂ ਸ਼ਖਸੀਅਤਾਂ ਨੇ ਇਹ ਆਪਣੇ ਆਪਣੇ ਧਰਮ ਨੂੰ ਪ੍ਰਸਾਰ ਤੇ ਪ੍ਰਚਾਰ ਕਰਨ ਵਾਸਤੇ ਨੇ, ਪਰ ਜਿਹੜੀਆਂ ਬਾਕੀ ਸ਼ਖਸੀਅਤਾਂ ਨੇ ਗ੍ਰੰਥੀ ਦੇ ਨਾਲ ਨਾਲ ਜਿਹੜੇ ਪਾਠੀ ਨੇ, ਉਹਨਾਂ ਦਾ ਜੀਵਨ ਵੀ ਬੜਾ ਉੱਚਾ ਚਾਹੀਦਾ, ਕਿਉਂਕਿ ਉਹਨੀ ਸੰਗਤ ਵਿੱਚ ਪਾਠ ਪੜ੍ਹਨਾ, ਉਹਨਾਂ ਨੂੰ ਕੋਈ ਪਹਿਲਾਂ ਤਾਂ ਤੁਹਾਡੇ 'ਚ ਰੁਚੀ ਨਹੀਂ ਰਹੀ ਨਾ ਗੱਲਾਂ ਦੀ, ਧਾਰਮਿਕ ਰੁਚੀ ਤੁਹਾਡੀ ਖਤਮ ਹੋ ਗਈ ਹੈ, ਤੁਹਾਨੂੰ ਦੇ ਗੰਦੇ ਗਾਣੇ ਦੇ ਦੇ ਕੇ ਪੰਜਾਬ ਦਾ ਨਾਸ ਪੁੱਟਿਆ ਪਿਆ। ਧਰਮ ਤਾਂ ਤੁਸੀਂ ਸਿਰਫ ਘਰ ਤੇ ਬਾਹਰ ਕੱਢਿਆ ਹੋਇਆ ਸਾਰਿਆਂ ਨਾਲ, ਇਸ ਕਰਕੇ ਤੁਹਾਡੀ ਹਾਲਤ ਮਾੜੀ ਹੋ ਗਈ ਹੈ। ਸਭ ਤੋਂ ਜ਼ਿਆਦਾ ਅਸੀਂ ਪੰਜਾਬ 'ਚ ਨਸ਼ੇ ਵਿਕਣ ਲੱਗ ਪਏ ਆ, ਅਸੀਂ ਖਰੀਦਦੇ ਹਾਂ ਤੇ ਵਿਕਦੇ ਆ, ਜੇ ਅਸੀਂ ਖਰੀਦਦਾਰ ਨਾ ਹੋਈ ਤੇ ਨਸ਼ਾ ਕੌਣ ਵੇਚ ਦੂਗਾ ਸਾਨੂੰ? ਉਹਦੇ ਨਾਲ ਨਾਲ ਡੇਰਾਬਾਦ ਖੜਾ ਕਰ ਦਿੱਤਾ ਤਾਂ ਕਿ ਲੋਕ ਇਕੱਠੇ ਨਾ ਹੋ ਸਕਣ। ਇਹਦੇ ਨਾਲ ਨਾਲ ਕੀ ਕਰ ਦਿੱਤਾ, ਤੁਹਾਨੂੰ ਵਹਿਮਾਂ ਭਰਮਾਂ 'ਚ ਤੁਸੀਂ ਅੱਗੇ ਨਾਲ ਵੀ ਜ਼ਿਆਦਾ ਫਸ ਗਏ ਆ ਜਿਨ੍ਹਾਂ 'ਚੋਂ ਕੱਢਿਆ ਸੀ। ਇਸ ਕਰਕੇ ਗੁਰੂ ਪਿਆਰ ਵਾਲਿਓ, ਇਹ ਜਿਹੜਾ ਪਹਿਲਾ ਵਰਗ ਹੈ ਇਹ ਸਾਰੀ ਜ਼ਿੰਮੇਵਾਰੀ ਇਸ ਵਰਗ ਦੀ ਹੈ। ਦੂਸਰਾ ਵਰਗ ਹੈਗਾ ਸਿੱਖ ਪੰਥ ਵਿੱਚ, ਜਿਨ੍ਹਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ, ਆਪਣੀ ਸੋਚ ਨਾਲ, ਜਿੱਦਾਂ ਮੈਂ ਦੇਖਦਾ, ਹੁਣ ਜਦੋਂ ਬੰਦਾ ਆਪਣੀ ਆਪ ਤੇ ਦੇਖਦਾ ਫਿਰ ਉਹਨੂੰ ਗਿਆਨ ਹੁੰਦਾ ਵੀ ਕੀ ਬੱਲ ਹੈ। ਭਾਵ ਜਿਵੇਂ ਮੈਨੂੰ ਵੀ ਤੁਸੀਂ ਬਾਬਾ ਬਣਾਇਆ, ਮੇਰਾ ਆਣਾ ਜਾਣਾ ਬੰਦ ਕੀਤਾ ਹੁੰਦਾ, ਜਿੱਦਾਂ ਵੀ ਬਾਬੇ ਨਾਲ ਇਹਨੂੰ ਮੱਥਾ ਟੇਕ ਕੇ ਸਭ ਕੁਛ ਇਹਦੇ ਜਾਣਾ ਸਾਨੂੰ, ਉਹ ਤੁਹਾਨੂੰ ਕੁਝ ਸੋਚ ਦੀ ਲੋੜ ਸੀ, ਉਹ ਤੁਸੀਂ ਚੁੱਕੀ ਨਹੀਂ। ਤੁਸੀਂ ਇਹ ਧਰਮ ਦੀ ਦੁਨੀਆ ਨੂੰ ਇੱਕ ਪ੍ਰੋਫੈਸ਼ਨਲ ਦੁਨੀਆ ਬਣਾ ਬੈਠੇ ਹੈ ਕਿ ਜਿਵੇਂ ਖੰਡ ਲੈਣ ਜਾਣੀ ਹੈ ਤੂੰ 50 ਰੁਪਏ ਦੇ ਤੇ ਕਿਲੋ ਖੰਡ ਪਾ ਦਿਓ ਸਾਨੂੰ, ਐਦਾਂ ਤੁਸੀਂ ਬਾਬਿਆਂ ਕੋਲ ਜਾਣ ਲੱਗ ਪਏ ਆ। ਧਰਮ ਨੂੰ ਲਾਈਫ ਸਟਾਈਲ ਦੇ ਵਿੱਚ ਨਹੀਂ ਲਿਆਂਦਾ, ਧਰਮ ਅਨੁਸਾਰ ਜੀਵਨ ਬਤੀਤ ਕਰਨ ਦਾ ਯਤਨ ਨਹੀਂ ਕੀਤਾ ਗਿਆ। ਧਰਮ ਨੂੰ ਐਦਾਂ ਪੈਸੇ ਚੜਾ ਦਿੱਤੇ, ਜਾਂ ਕਿਸੇ ਬਾਬੇ ਦੀ ਜਾ ਕੇ ਮੱਥਾ ਟੇਕ ਆਂਦਾ, ਮੁੜ ਕੇ ਫਿਰ ਪੁੱਠੇ ਗਾਣੇ ਸੁਣੇ, ਝੂਠ ਬੋਲੇ, ਠੱਗੀਆਂ ਮਾਰੀਆਂ, ਇੱਧਰ ਉੱਧਰ ਹਲੇ ਲੱਲੇ ਕਰਦੇ, ਇੱਕ ਦੂਜੇ ਦਾ ਨੁਕਸਾਨ ਕਰਨ ਲੱਗੇ। ਇਹ ਗੱਲਾਂ ਧਰਮ ਨਾਲ ਨਹੀਂ, ਤੁਸੀਂ ਅਜੇ ਧਰਮ ਦੇ ਮੂਲ ਅੰਸ਼ ਵੀ ਨਹੀਂ ਸਮਝਿਆ ਤੁਸੀਂ। ਇਸ ਕਰਕੇ ਪਿਆਰਿਓ, ਦੂਸਰਾ ਪਾਸਾ ਹੈਗਾ ਜਿਨ੍ਹਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ, ਮੈਂ ਵੀ ਵਿੱਚ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਸ਼ਾਮਲ ਕਰਨ ਡਿਆ, ਕਿਉਂਕਿ ਤੁਸੀਂ ਮੈਨੂੰ ਬਾਬਾ ਸਮਝਣ ਲੱਗ ਪਏ। ਮੈਂ ਉਹ ਹੈਗਾ ਤੁਹਾਡਾ ਹਿੱਸਾ। ਉਹਨਾਂ 'ਚ 5 ਪਿਆਰੇ ਨੇ ਸਿੱਖ ਪੰਥ ਵੱਲੋਂ 1699 ਤੋਂ ਖੜੇ ਕੀਤੇ ਹੋਏ। ਉਹਨਾਂ 'ਚ ਕਿੰਨੀ ਐਜੂਕੇਸ਼ਨ ਆ, ਮੈਂ ਨਹੀਂ ਕਹਿੰਦਾ ਵੀ ਉਹ BA ਹੋਣ ਜਾਂ MA ਹੋਣ। ਦੂਸਰੇ ਹੈਗੇ 5 ਪਿਆਰਿਆਂ ਦੇ ਨਾਲ ਇੱਥੇ ਜਿਹੜੇ ਨਿਹੰਗ ਸਿੰਘ ਨੇ, ਉਹਨਾਂ ਦੇ ਜਥੇਦਾਰ ਹੁੰਦੇ ਨੇ, ਉਹਨਾਂ ਦੀ ਫਰਲਾ ਛੱਡਿਆ ਹੁੰਦਾ। ਜਿੱਦਾਂ ਪੁਲਿਸ ਵਿੱਚ ਹੌਲਦਾਰ ਬਣਾਉਣ ਵਾਸਤੇ ਉਹਨੂੰ ਇੱਕ ਫੀਤੀ ਲਾਈ ਜਾਂਦੀ ਹੈ, ਸਿਪਾਹੀ ਨੂੰ ਨਹੀਂ ਲੱਗਦੀ, ਐਦਾਂ ਜਿਹੜਾ ਜਥੇਦਾਰ ਹੁੰਦਾ ਨਿਹੰਗਾਂ ਸਿੰਘਾਂ ਦਾ, ਉਹਨੂੰ ਇੱਕ ਫਰਲਾ ਦਿੱਤਾ ਜਾਂਦਾ। ਉਹ ਫਿਰ ਆਪ ਘੱਟ ਕੰਮ ਕਰਦਾ, ਫਿਰ ਉਹਦੇ ਕੋਲ 4-5 ਨਿਹੰਗ ਸਿੰਘ ਉਹਨੂੰ ਨਾਲ ਮਿਲਦੇ ਨੇ, ਜਿਹੜੇ ਉਹਨਾਂ ਨਾਲ ਲੈ ਕੇ ਅੱਗੇ ਵੱਧਦਾ। ਪੈਣ ਤੋਂ ਭਾਵ ਦੂਸਰੇ ਹਿੱਸੇ ਵਿੱਚ ਇੱਕ 5 ਪਿਆਰੇ ਸਹਿਬਾਨ ਨੇ, ਇੱਕ ਹੈਗੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ, ਇੱਕ ਹੈਗੇ ਨੇ ਜਿਹੜੇ ਤੁਹਾਡੇ ਵੱਲੋਂ ਤਿਆਰ ਕੀਤੇ ਗਏ ਬਾਬਾ ਜੀ, ਸੰਤ ਜੀ, ਮਹਾਂਪੁਰਖ ਜੀ। ਮੈਂ ਨਾ ਇੱਥੋਂ ਤੱਕ ਵੀ ਤੁਸੀਂ ਤਿਆਰ ਕਰ ਦਿੱਤਾ, ਜਾਂ ਉਹਨਾਂ ਆਪੇ ਲਿਖ ਕੇ ਬੋਰਡ ਲਾਤਾ, ਨੇਕ ਲੰਕ ਅਵਤਾਰ, ਆਪੇ ਬੋਰਡ ਲਿਖ ਕੇ ਲਾ ਦਿੱਤਾ। ਪੁੱਛਣ ਵਾਲਾ ਕੋਈ ਨਹੀਂ। ਸਿੱਖ ਬਣਨ ਨੂੰ ਜੀ ਨਹੀਂ ਕਰਦਾ, ਗੁਰੂ ਬਣਨ ਨੂੰ ਜੀ ਕਰਦਾ। ऐसे लखब तुसी दिते है, बाबा जी, ब्रह्म ज्ञानी जी, हजूर महाराज जी, संत जी, महापुरख जी, हजूर इहदे नाल नाल कईयां नूं रब जी। मैनू कोई इतराज नहीं, पर मैं बेनती करदा सिख पंथ विच जिहड़ा इह हिस्सा आ, इहदे नाल नाल एक है जिहड़ा पंथ वालों प्रमाणित सानू भारत दे राष्ट्रपति वालों भी अवार्ड मिलदा सिखां नूं। जिवें पहला मेरा वीर चढ़ाई कर गया निर्मल सिंह खालसा,
ਉਹਨੂੰ ਰਾਸ਼ਟਰਪਤੀ ਵੱਲੋਂ ਅਵਾਰਡ ਦਿੱਤਾ ਗਿਆ। ਇੱਕ ਸਾਡਾ ਇੱਥੇ ਕੀਰਤਨੀਆ ਸੀ ਗੁਰਦਾਸਪੁਰ, ਉਹਦਾ ਨਾਂ ਸੀ ਜਿਹੜਾ ਉਹਦਾ ਜਵਾਈ ਸੀ, ਨਹੀਂ ਉਹ ਜਿਹੜਾ ਸ਼ਾਲਿਆਂ ਕੋਲ ਦਾ ਸੀ ਮਾਸਟਰ ਆਉਂਦੇ ਨਾਲ ਸਿੰਘ ਸਭਾ ਗੁਰਦੁਆਰਾ ਅਕਾਲੀ ਤੋਂ ਪਹਿਲਾਂ ਕਰਦਾ ਰਿਹਾ ਭਾਈ ਬਾਬਾ ਸਿੰਘ ਜੀ ਨੂੰ, ਉਹਨਾਂ ਨੂੰ ਵੀ ਰਾਸ਼ਟਰਪਤੀ ਦਾ ਅਵਾਰਡ ਮਿਲਿਆ ਹੋਇਆ ਸੀ, ਪਦਮ ਭੂਸ਼ਣ ਦਾ। ਤੇ ਕੁਛ ਅਵਾਰਡ ਦਿੱਤਾ ਜਾਂਦਾ ਅਕਾਲ ਤਖਤ ਦੇ ਜਥੇਦਾਰ ਵੱਲੋਂ, ਉਹਨੂੰ ਆਪਾਂ ਜੋ ਕੋਈ ਵੀ ਦੇ ਸਕਦੇ ਨੇ, ਪੰਥ ਰਤਨ ਦਾ ਜ਼ਿਆਦਾ ਦੇ ਰਹੇ ਨੇ। ਇਹ ਹੈਗੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਵਿੱਚ ਪੜ੍ਹਾਈ ਦੀ ਜ਼ਿਆਦਾ ਲੋੜ ਨਹੀਂ ਹੈ, ਪਰ ਇਹਨਾਂ ਦਾ ਜੀਵਨ ਗ੍ਰੰਥੀਆਂ ਪਾਠੀਆਂ ਤੋਂ ਵੀ ਉੱਚਾ ਚਾਹੀਦਾ। ਔਰ ਇਹ ਦੋਏ ਹਿੱਸੇ ਸਿੱਖ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਤੇ ਜ਼ੋਰ ਲੱਗਣਾ ਚਾਹੀਦਾ। ਅਗਲੀ ਬੇਨਤੀ ਇਹ ਹੈ ਕਿ ਦਾਸ ਕੋਈ ਬਾਬਾ ਜਾਂ ਐਸੀ ਚੀਜ਼ ਨਹੀਂ ਹੈ। ਅਸੀਂ ਤਾਂ ਸਿਰਫ ਗੁਰੂ ਨਾਨਕ ਦੇ ਦਰ ਦੇ ਨਿਮਾਣੇ ਜੇ ਕੁੱਤੇ ਭੌਂਕਦੇ ਆ ਤੁਹਾਡੇ ਦਰ ਤੇ ਆ ਕੇ, ਵੀ ਤੁਹਾਨੂੰ ਮੌਤ ਦਾ ਚੇਤੇ ਹੋਣਾ ਚਾਹੀਦਾ। ਬਿਮਾਰੀ ਬਹੁਤ ਜ਼ਿਆਦਾ ਵੱਧ ਜਾਣੀ, ਇਹਦੇ ਨਾਲ ਮੌਤ ਤੋਂ ਬਾਅਦ ਬੰਦਾ ਮੁੱਕਦਾ ਨਹੀਂਗਾ। ਮੌਤ ਤੋਂ ਬਾਅਦ ਬੰਦਾ ਮੁੱਕਦਾ ਨਹੀਂ। ਕੱਲ ਅਸੀਂ ਪਰਸੋਂ ਉੱਥੇ ਗਏ ਸੀ ਬੂਲੇਆਲ, ਉੱਥੇ ਮੇਰੇ ਕੰਨਾਂ 'ਚ ਆ ਕੇ ਇੱਕ ਮੁੰਡਾ ਕਹਿੰਦਾ ਸੀ ਵੀ ਮੇਰਾ ਭਰਾ ਮਰ ਗਿਆ ਵਾ, ਉਹ ਮੇਰੀ ਭੈਣ ਨੂੰ ਆ ਕੇ ਕਹਿੰਦਾ ਵੀ ਮੈਨੂੰ ਭੁੱਖ ਬੜੀ ਲੱਗਦੀ ਹੈ, ਮੇਰੇ ਨਾਂ ਦੀ ਰੋਟੀ ਇਹ ਖਵਾਲ ਦੋ। ਉਹ ਡਰ ਗਈ, ਉਹਦੀ ਭਰਜਾਈ, ਉਹਦੀ ਮਾਂ ਵੀ ਡਰ ਗਈ। ਇੱਕ ਨਹੀਂ, ਮੇਰੇ ਕੋਲ ਕਿੰਨੇ ਕੇਸ ਵਿਸ਼ਵ ਵਿੱਚ, ਮੈਂ ਕੁਝ ਵੀ ਨਹੀਂ ਹੈ। ਮੇਰੇ ਸਾਹਮਣੇ ਇੱਕ ਬੰਦੇ ਨੇ, ਜਨਾਨੀ 'ਚ ਬੰਦਾ ਬੋਲਦਾ ਕਿ ਮੇਰੇ ਸਿਰ ਤੇ ਰੋਡ ਮਾਰੀ, ਇੱਥੋਂ ਬੱਸ ਖਰੀਦਣ ਗਏ ਅਸੀਂ ਦਿੱਲੀ 1984 ਵਿੱਚ, ਭਈਏ ਮਗਰ ਪੈ ਗਏ ਤੇ ਇੱਕ ਭਰਾ ਜਿਹੜਾ ਮੇਰੇ ਨਾਲ ਦਾ ਸੀ, ਉਹ ਇੱਕ ਨਾਲਾ ਜਿਹਾ ਆਇਆ, ਉਹ ਟੱਪ ਗਿਆ, ਮੈਂ ਉੱਥੇ ਥੋੜਾ ਫਸ ਗਿਆ, ਉਹਨੇ ਮਾਰਿਆ ਮੇਰੇ ਸਿਰ 'ਚ ਰੋਡ ਤੇ ਮੈਂ ਉੱਥੇ ਡਿੱਗ ਪਿਆ, ਮੇਰੇ ਮੂੰਹ 'ਚ ਪਾਇਆ ਪਾਣੀ ਪਾ ਕੇ ਨਾਲੇ ਦਾ। ਮੇਰੀ ਭੈਣ ਨਾਲ ਮੈਨੂੰ ਉਠਾਉਣ ਦਾ ਯਤਨ ਕੀਤਾ, ਬਾਅਦ 'ਚ ਉਹਨਾਂ ਦੇ ਭਾਂਦਾ ਮਰ ਗਿਆ, ਪਰ ਮੈਂ ਮਰ ਗਿਆ ਸੀ, ਮੈਂ ਉੱਠਿਆ ਨਹੀਂ। ਹੁਣ ਮੈਂ ਅਵਗਤ ਫਿਰਦਾ। ਉਹ ਵਿੱਚ ਕਹਿੰਦਾ ਸੀ ਮੈਂ ਉੱਥੇ ਘੁੰਮਣੀ ਰਹਿਣਾ ਆ, ਮੈਨੂੰ ਇਹਨੇ ਰਜਾਈ ਨਹੀਂ ਦਿੱਤੀ, ਕੋਈ ਕੁਛ ਕਹਿੰਦਾ। ਉਹ ਮਰ ਕੇ ਮੁੱਕਣਾ ਨਹੀਂ, ਇਹ ਗੱਲ ਪੱਕੀ ਜਾਣੋ। ਤੁਸੀਂ ਬਾਣੀ 'ਚ ਪੜ੍ਹਦੇ ਆ, ਚੰਗਿਆਈਆਂ ਬਰਿਆਈਆਂ ਬਾਚੈ ਧਰਮ ਹਦੂਰ। ਪਹਿਲੀ ਸਮੱਸਿਆ ਤਾਂ ਇਹ ਹੈ ਕਿ ਮਰਨਾ ਕਿੱਦਾਂ। ਕਦੇ ਵਿਹਲੇ ਬਹਿ ਕੇ ਸੋਚੋ ਵੀ ਕਿੱਦਾਂ ਮੌਤ ਆਣੀ ਹੈ, ਜਦੋਂ ਤੁਸੀਂ ਘਬਰਾਏ ਪਏ ਆ, ਬੜੇ ਹਸਪਤਾਲ ਖੁੱਲੇ ਪਏ ਆ। ਇਸ ਤੋਂ ਬਾਅਦ ਫਿਰ ਰੂਹ ਕਿੱਥੇ ਜਾਊਗੀ? ਕੀ ਤਿਆਰੀ ਕੀਤੀ ਹੈ ਅਸੀਂ ਇੱਥੇ ਜੀਵਨ ਵਿੱਚ? ਕੀ ਕਰਨਾ ਕੀ ਸੀ? ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਨਾ, ਕਦੇ ਝੂਠ ਨਹੀਂ ਸੀ ਬੋਲਣਾ, ਕਿਸੇ ਕਿਸਮ ਦਾ ਨਸ਼ਾ ਨਹੀਂ ਸੀ ਲੈਣਾ, ਕਿਤੇ ਵੀ ਗੁਰੂ ਨਾਨਕ ਦੇ ਦਰ ਤੋਂ ਬਿਨਾ ਕਿਸੇ ਪਾਦਰੀ ਕੋਲ, ਕਿਸੇ ਬਾਬੇ ਕੋਲ, ਜੇ ਬਾਬਾ ਕੁਛ ਦਿੰਦਾ ਹੈ ਤੇ ਸੂਰਜ ਇੱਕ ਹੋਰ ਬਣਾ ਦੇ। ਕਿਸੇ ਬੰਦੇ ਦਾ ਕੱਦ ਲੰਮਾ ਕਰ ਦੇ, ਬਾਬਾ ਜੀ ਕਰ ਸਕਦੇ ਸਾਰੇ ਬੰਦਿਆਂ ਦਾ ਕੰਮ, ਲੰਮੇ ਕਰ ਦੇਣ, 20-20 ਫੁੱਟ ਬੰਦੇ ਬਣਾ ਦੇ ਬਾਬਾ। ਇੱਥੇ ਪਾਦਰੀ ਤੁਹਾਡੇ ਦੁਆ ਖਵਾਲਦੇ ਫਿਰਦੇ, ਤੁਸੀਂ ਠੀਕ ਕਰ ਦੋਗੇ। ਮੈਂ ਨਾ ਜੇ ਠੀਕ ਕਰ ਦੋਗੇ ਤੇ ਜਿੰਨੇ ਵੀ ਸਾਰੇ ਅੰਨੇ ਨੇ, ਪਹਿਲਾਂ ਨੇਤਰਹੀਣ ਆਸ਼ਰਮ ਹੈ, ਇੱਕ ਬੰਦਾ ਸਾਡੇ ਨਾਲ ਵੀ ਅਟੈਚਡ ਹੈ ਉੱਥੋਂ ਦਾ, ਫਗਵਾੜੇ ਦਾ, ਉੱਥੇ ਭੇਜ ਦਿੰਨੇ ਪਾਦਰੀ ਨੂੰ, ਰੋਜ਼ ਇਹ ਦੁਆ ਕਰਿਆ ਕਰੇ, ਸਾਰੇ ਅੰਨੇ ਸਜਾਖੇ ਹੋ ਜਾਣ। ਤੁਹਾਨੂੰ ਏਦਾਂ ਬਗਲਾਇਆ ਜਾ ਰਿਹਾ। ਤੁਸੀਂ ਸਿੱਖ ਧਰਮ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਗਈ। ਲੇਟੈਸਟ ਧਰਮ ਹੈ, ਉੱਗਣ ਦਿੱਤਾ ਨਹੀਂ ਪਹਿਲਾਂ ਦੂਜੀਆਂ ਧਰਮਾਂ ਨਾਲ ਇਹਨੂੰ। ਹੁਣ ਰਹਿੰਦੀ ਖੁੰਦੀ ਜੇ ਤੁਹਾਡੇ ਕੋਲ ਸਮਾਂ ਆਇਆ ਤੇ ਤੁਸੀਂ ਇਹ ਸਾਰਾ ਸਿੱਕੇ ਤੇ ਟੰਗ ਦਿੱਤਾ। ਅਗਲੇ ਨੌਜਵਾਨ ਜਿਹੜੇ ਸਾਰੇ ਪੜ੍ਹਾਈ ਵਿੱਚ ਨਲਾਇਕ, ਗੰਦੇ ਗਾਣਿਆਂ ਨਾਲ ਪੰਜਾਬ ਦੀ ਜਖਣਾਪੁਰ ਛੱਡੀ ਸਾਰੀ ਦੀ ਸਾਰੀ, ਵਿੱਚੇ ਕੁੜੀਆਂ, ਵਿੱਚੇ ਬੰਦੇ ਮੁੰਡੇ ਗਲਤ ਜੀਵਨ ਚਰਿੱਤਰ 'ਚ ਫਸ ਗਏ ਆ। ਅੱਗੇ ਤੁਹਾਡਾ ਲੱਕ ਤੋੜ ਦੇਣਾ ਮਹਿੰਗਾਈ ਨਾਲ। 14 ਰੁਪਏ ਟਿਕਟ ਹੁੰਦੀ ਸੀ, 13 ਰੁਪਏ ਸਾਡੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੀ ਰੇਲ ਦੀ, ਅੱਜ 45 ਰੁਪਏ ਦੀ ਟਿਕਟ ਹੋਈ ਹੈ। ਤੁਹਾਨੂੰ ਪਤਾ ਕੋਈ ਨਹੀਂ, ਇੰਨੀ ਮਹਿੰਗਾਈ ਵੱਧ ਜਾਣੀ ਹੈ। ਇਹਦੇ ਨਾਲ ਬਿਮਾਰੀ ਇੰਨੀ ਵਧਣੀ ਹੈ। ਹਸਪਤਾਲ ਭਰੇ ਪਏ ਨੇ। PGI ਜਾਓ ਚੰਡੀਗੜ੍ਹ, ਅੱਜ ਤੋਂ 70 ਸਾਲ ਪਹਿਲਾਂ ਮੈਂ ਇੰਨੇ ਲੋਕ ਨਹੀਂ ਬਿਮਾਰ ਹੁੰਦੇ ਦੇਖੇ, 50 ਸਾਲ ਪਹਿਲਾਂ ਜਿੰਨੇ ਹੁਣ ਹੋ ਰਹੇ ਨੇ। ਸਾਡੇ ਮੈਨੂੰ ਹੁਣ ਬੰਦਾ ਇੱਕ ਦੱਸਦਾ ਸੀ ਵੀ ਸਾਡੇ ਅੰਮ੍ਰਿਤਸਰ ਵਿੱਚ ਤੇ ਪਠਾਨਕੋਟ ਵਿੱਚ ਡੇਂਗੂ ਦਾ ਫੇਰ ਜ਼ੋਰ ਹੋਣ ਡਿਆ। ਜਿਹਦੇ ਤੇ ਆਂਦੀ ਆ ਉਹਨੂੰ ਪਤਾ ਲੱਗਦਾ ਵੀ ਕੀ ਚੀਜ਼ ਹੁੰਦੀ ਹੈ। ਚਲੋ ਇਹ ਤਾਂ ਇੱਕ ਅਟਲ ਸਚਾਈ ਹੈ, ਜੋ ਆਇਆ ਸੋ ਚੱਲ ਸੀ। ਇਹ ਵੀ ਅਟਲ ਸਚਾਈ ਹੈ ਵੀ न बारक न जोबने न बिरदी कछ बंद। मौत ऐसी चीज है
जे मां के पेट में मारना दिन लिखिए तो उत्थे मौत हो जाएगी, जे बाहर आके छोट एक दिन दी मौत होनी तो उत्थे हो जाएगी। 100 साल की उम्र भोग के जो मौत होनी है तो मौत जरूर आएगी। और साइंस यतन कर रही है कोई ऐसा तरीका लभ्या जाए कि बंदा मरे ना, ये कदे नहीं हो सकता। और मैं एक लेख पढ़िया, वो लेख विच एक इंग्लैंड विच बरतानिया विच एक यंत्र फिट किया गया, जिदा असी सानू नहीं पता जी सर्च लाइट उत्ते किद्दां फिरदी है किद्दां नहीं फिरदी। वो यंत्र फिट किया गया साइंसदाना वालों भी कहते बंदा मरण तो बाद नहीं मुकदा, इसकी रूह काफ़ी इत्थे घूमती है। जेडे आम बंदे जेडे भारी होंदे ने उन्हां दी रूहां धरती के आले दुआले काफ़ी चक्कर कढ़दियां ने। वो बंदा आंदा उन्हें एक मशीन फिट की है भी इहदे च कोई जे रूह फिरदी होए तो वह रूह मशीन की कैच में आ जाए, वो खिंच के उन्होंने अपने को लिया। ऐसी हालत हुई, उन्हें काफ़ी लम्मा चिर ला के रखी मशीन। मेरे कोल एक आए ने गुरु प्यारिओ, साडे बटाले तो परले पासे शायद झंडा पिंड है, केड़ा है, उस पिंड दे एक लड़की च केरला का पादरी वड़दा हुंदा सी ते वो जदों उहदे च वड़दा सी उदों अंग्रेजी बोलदा सी। वो मेरे को बंदे आए भी तुसीं खंड पाठ रखना, तुसीं भी ड्यूटी दिओ। मैं उन्होंने पूछा भी की गल है, एडी किहड़ी गल है। आंदे जथे दे अखंड कीर्तनियां जथे दे सिंह सी, आपां भी लड़ीवार शुरू तो पाठ पढ़ लीदा हुंदा सी। मैनूं आंदे भी साडे नाल ड्यूटी दो। मैं गल की है, आंदे भी उत्थे कोई बीबी है, उहदे च एक पादरी आंदा, जदों आंदा निरी अंग्रेजी बोलदा। बीबी कोई अंग्रेजी नहीं पढ़ी, अंग्रेजी बोलदा। वो हुण कहंदा आ पादरी कि मैं जिहड़ा गुरु ग्रंथ साहब की बाणी वो सुननी चाहना। उन्होंने पूछा गया भी क्यों आया, अंग्रेजी च किसी ने पूछा। उन्हें कहा भी मैं तां आया भी मैं चाहना भी मैनू गुरु ग्रंथ साहब की बाणी सुना मैं। और तुसीं सुनते नहीं गए, तुसीं मखौल बनाया वा, खंड पाठ धरा लिया, आप सारे दुकानों से तुरे फिरदे हैं। और पंजाबी च तां ग्रंथ लिखिया सी, हर सिख नी हर हिंदू मुसलमान ईसाई जिहदी पंजाबी बोली है इनू पढ़ के ज्ञान हासिल करे, अगले अगे की हुंदा है, इत्थे किवें रहना। इस करके प्यारिओ जदों वो जंतर फिट किया कि उस लंबे समय तो बाद एक पादरी वो जंतर विच फस गया। वो जिहड़े सिंह इत्थे पाठ करन गए उन्हां दे हुंदिआं पादरी आया। साडा वो जिहड़ा नाल सी पाठी सिंह वो डॉक्टर सी, भाव मैडिकल करके 4.5 साल की डिग्री वो डॉक्टर को। एक जिहड़ा दूसरा नाल सी पाठी सिंह वो एवं नहीं, वो पाठी सिंह बनया सी डिस्ट्रिक्ट एम्पलॉयमेंट अफसर, जिले का एक अफसर हुंदा डिस्ट्रिक्ट एम्पलॉयमेंट, वो भी पाठ करता सी। जिवें भाई जी कीर्तन करके गए ने, मेरे वीर जी जतिंदर सिंह डॉक्टर ने भी हुण SDO साहब ने ये नहीं भी जिन्हों कोई काम ना मिलिया, यह है गुरु की बख्शिश। वो पाठ करते सी, वो अंग्रेजी पूरी जानते सी। उन्होंने पूछा गया, उन्हें सब तो पहला सवाल किया भी मैं हर एक नाल गल नहीं करनी, थोड़ा प्रीस्ट कौन है, प्रीस्ट मैंने हुंदा थोड़ा जिहड़ा मुखी बंदा वो कौन है। तो उन्हें जवाब दिता भी साडे च कोई प्रीस्ट नहीं हुंदा, असीं सारे भाई हुंदे। उस तो बाद उन्होंने छड्डिया कि नहीं छड्डिया मैनूं नहीं इस गल दा पता। मैं थोड़े मेन जिहड़ी मेरी बेनती है वो ये है कि तुसीं क्यों भुल्ले बैठे हो। थानू रोज बाणी ये गल कहती है भी आपां चले जाना, और थानू सारिआं नूं पता भी आपां खाली हत्थ आए ते नंगे ते खाली ते नंगे तुर जाना। इत्थे फिर इत्थे ठगियां मारनियां, 5-5 रुपये तुसीं ब्याज दे लैण लग पे। पिंडां दे लोग खून नचोण डे आ तुसीं। दूजा थानू धर्म के बंदियां नाल लुट लिया, आप फलाना हो गया, इनू गराही दे दो। अगे जिमीदार थारा थले लग्या पिया, फसलां बीजण जोगे नहीं रहे, चुकण जोगे नहीं रहे, तो बाबे चुके बोरियां चुके थोड़े पिंडां च तुरे फिरदे। आ गया जी हुण सानू, हुण इत्थे गुरुद्वारा बनना जी। वो पहले गुरुद्वारे संभाले नहीं जाते यार, वो बेचारे डरदे भी किते बाबा जी शराब ना दे देन। हद हो गई, बाबे तो शराब दे देन, बाबा बर भी दे दूगा तो शराब भी दे दूगा। मैं बेनती करदा, उस दे विच एक पादरी फस गया उन्हां दी मशीन विच, उहदा परछावां पिया मशीन च, शकल कोई नहीं, बंदा नहीं, वो
ਉਹਦੀ ਇੱਕ ਆਕਾਰ ਹੈ, ਉਹ ਮਸ਼ੀਨ ਵਿੱਚ ਦਿਖਣਾ ਉਹਨਾਂ ਨੂੰ। ਉਹਨੂੰ ਪੁੱਛਦੇ ਤੂੰ ਕੌਣ ਹੈ, ਉਸ ਆਪਣੀ ਬੋਲੀ 'ਚ ਬੋਲਦਾ, ਕਹਿੰਦਾ ਮੈਂ ਪਾਦਰੀ ਹਾਂ। ਕੀ ਗੱਲ ਹੈ, ਮਰ ਗਿਆ ਸੀ, ਕਿੱਥੇ ਫਿਰਦਿਆਂ? ਆਂਦਾ ਮੇਰੀ ਰੂਹ ਐਸੇ ਚੱਕਰ 'ਚ ਫਿਰਦੀ ਹੈ। ਕਿਉਂ ਫਿਰਦੀ ਹੈ? ਆਂਦਾ ਮੈਂ ਜਦੋਂ ਮਰਿਆ ਸੀ ਉਹ ਤੋਂ ਪਹਿਲਾਂ ਮੈਂ ਇੱਕ ਮਕਾਨ ਖਰੀਦਿਆ ਸੀ, ਉਹ ਮਕਾਨ ਦੇ ਪੈਸੇ ਦੇ ਦਿੱਤੇ ਸੀ, ਲਿਖਤ ਪੜਤ ਹੋ ਗਈ ਸੀ, ਸਿਰਫ ਥੋੜਾ ਜਿਹਾ ਕਸਰ ਰਹਿ ਗਈ ਸੀ, ਤੇ ਉਧਰ ਮੇਰੀ ਹੋ ਗਈ ਮੌਤ, ਮੇਰੀ ਮੌਤ ਹੋ ਗਈ। ਉਹ ਹੁਣ ਮੇਰੀ ਘਰ ਦੀ ਨੂੰ ਮਕਾਨ ਮਾਲਕ ਮਕਾਨ ਦਾ ਕਬਜ਼ਾ ਨਹੀਂ ਦੇ ਰਿਹਾ, ਮੇਰੀ ਰੂਹ ਦੁਖੀ ਹੈ। ਮਰ ਤੋਂ ਬਾਅਦ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮੈਂ ਇੱਕ ਰਸਾਲੇ 'ਚ ਪੜ੍ਹੀ ਗੱਲ ਹੈ, ਤੇ ਜੇ ਮੈਂ ਤੁਹਾਨੂੰ ਬਾਣੀ ਵਿੱਚੋਂ ਦੱਸਾਂ, ਜਿੰਨੇ ਪ੍ਰਮਾਣ ਆਖੋ ਨੇ ਮੈਂ ਦੱਸੂਗਾ ਵੀ ਮਰ ਤੋਂ ਬਾਅਦ ਕੀ ਹੁੰਦਾ, ਮਨਮੁਖ ਨਾਲ ਕੀ ਹੁੰਦਾ, ਜਿਹੜੇ ਇੱਥੇ ਚੰਗੇ ਕੰਮ ਕਰਦੇ ਉਹਨਾਂ ਦੀ ਕਿਵੇਂ ਗਤੀ ਹੁੰਦੀ ਹੈ। ਹੁਣ ਜੇ ਤੁਸੀਂ ਸਾਰੇ ਚੰਗੇ ਕੰਮ ਕਰੋਗੇ, ਤੁਹਾਡਾ ਪਿੰਡ ਚੰਗਾ ਹੋ ਜਾਊਗਾ ਮਿੱਤਰੋ, ਤੁਹਾਡੇ ਬੱਚੇ ਚੰਗੇ ਹੋਣਗੇ, ਤੁਹਾਡੇ ਬੁੱਢਿਆਂ ਦੀ ਇੱਜ਼ਤ ਬਣੀ ਰਹੂਗੀ। ਤੁਸੀਂ ਐਵੇਂ ਖਾਮ ਪੜ੍ਹੀ ਪੜ੍ਹਾਈ ਦਾ ਯੁੱਗ ਹੈ, ਫਿਰ ਤੁਸੀਂ ਟੁੱਟੇ ਟੁੱਟੇ ਬਾਬਿਆਂ ਦੇ ਜਾ ਕੇ ਗੋਡਿਆਂ ਤੇ ਹੱਥ ਲਾਈ ਜਾਂਦੇ ਆ। ਉਹਨਾਂ ਦੀ ਤਬਾ ਵਿਗੜੀ ਪੜੀ ਹੈ, ਉਹ ਮਾਇਆ ਭਰ ਕੇ ਲਾਲਾਂ ਵਗਦੀਆਂ ਉਹਨਾਂ ਦੀਆਂ। ਬਾਬਾ ਕੀ ਤੇ ਉਹਨੂੰ ਮਾਇਆ ਦੀ ਕੀ ਭੁੱਖ ਹੈ, ਕੀ ਕਰਨੀ ਉਹਨਾਂ ਮਾਇਆ। ਅਗਲੀ ਮੇਰੀ ਬੇਨਤੀ ਹੈ, ਉਹਨੂੰ ਪੁੱਛਿਆ ਵੀ ਹੁਣ ਕੀ ਗੱਲ ਹੈ? ਉਹ ਆਂਦਾ ਵੀ ਮੇਰੀ ਘਰ ਦੀ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ ਹੈ, ਉਹ ਪੈਸੇ ਦਿੱਤੇ ਹੋਏ ਹੈ, ਤੇ ਜੇ ਮੇਰੇ ਤੇ ਕਿਰਪਾ ਕਰੋ, ਮੇਰੀ ਰੂਹ ਨੂੰ ਹੁਣ ਫਿਰ ਕੋਈ ਖਿੱਚਦਾ ਪਿਛਾ ਨੂੰ, ਮੈਨੂੰ ਇਹਦੇ ਵਿੱਚੋਂ ਖਿੱਚਣ ਡਏ ਨੇ ਕੁਛ, ਮੈਨੂੰ ਨਹੀਂ ਪਤਾ ਮੈਨੂੰ ਕੌਣ ਖਿੱਚਦਾ, ਤੇ ਜੇ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਉਹ ਕਾਗਜ਼ ਕਢਾ ਕੇ ਘਰ ਦੀ ਨੂੰ ਉਹਦੀ ਪੂਰੀ ਮਿਲ ਜੇ ਕਾਪੀ, ਤੇ ਕਬਜ਼ਾ ਦਵਾ ਦਿਓ, ਇਹ ਮੇਰੇ ਤੇ ਕਿਰਪਾ ਕਰੋ। ਇੰਨੇ ਚਿਰ ਤੋਂ ਬਾਅਦ ਉਹਦੀ ਰੂਹ ਪਿੱਛੇ ਦੌੜ ਗਈ, ਕਿਤੇ ਉਹਦੇ ਚੋਂ ਖਤਮ ਹੋ ਗਈ। ਉਹਨੇ ਹੁਣ ਸਾਰਾ ਐਡਰੈਸ ਤੋਂ ਪਤਾ ਕੀਤਾ ਜੋ ਦਿੱਤਾ ਸੀ ਉਹਨਾਂ ਪਾਦਰੀ, ਠੀਕ ਨਿਕਲਿਆ, ਪਾਦਰੀ ਦੀ ਮੌਤ ਨਿਕਲੀ। ਇਹ ਵੀ ਪਤਾ ਲੱਗਿਆ ਉਹਦੀ ਘਰ ਦੀ ਨੂੰ ਵੀ ਮਿਲੇ ਜਿਹੜੇ ਭਾਂਡੇ ਮਾਂਜਦੀ ਸੀ, ਵਾਕਿਆ ਕਿਸੇ ਦੇ ਘਰ ਕੋਈ ਨਹੀਂ ਸੀ। ਉਸ ਤੋਂ ਬਾਅਦ ਉਹਨੇ ਸਾਰੀ ਗੱਲ ਪੁੱਛੀ, ਉਹਨਾਂ ਕਿਹਾ ਵੀ ਜੋ ਕੁਛ ਵੀ ਮੈਨੂੰ ਵੀ ਮਿਲਾ ਦੇਣਾ ਸੀ ਜੇ ਆਇਆ ਸੀ। ਆਂਦੇ ਤੂੰ ਉਹਨੂੰ ਮਸ਼ੀਨ ਦੀ ਰੇਂਜ ਵਿੱਚ ਸੀ, ਉਹ ਗਾਂ ਭਾਸ਼ਾ ਨਹੀਂ ਨਿਕਲ ਸਕਦਾ ਸੀ। ਅਗਰ ਫਿਰ ਤੁਸੀਂ ਜੇ ਉਹਦੀ ਗੱਲ ਮੰਨਣੇ, ਮੈਂ ਬੜੀ ਦੁਖੀ ਹਾਂ। ਆਂਦੇ ਕੋਈ ਨਹੀਂ, ਅਸੀਂ ਤੇਰਾ ਪਤਾ ਕਰਦੇ। ਉਹਨੇ ਜਦੋਂ ਪਤਾ ਕੀਤਾ, ਸਾਰੀ ਗੱਲ ਪਤਾ ਕਰ ਲਈ ਉਹਨੀ ਬੰਦਿਆਂ ਨਾਲ, ਉਹ ਵਕੀਲ ਸਨ ਦੋ ਤਿੰਨ ਨਾਲ ਉਹਨਾਂ ਦੇ, ਉਹਨੇ ਸਾਰਾ ਪਤਾ ਕਰ ਲਿਆ ਵੀ ਇਹਦੀ ਰਜਿਸਟਰੀ ਹੋ ਚੁੱਕੀ ਵੀ ਹੈ। ਹੁਣ ਜਿਹੜੀ ਰਜਿਸਟਰੀ ਦੇ ਕਾਗਜ਼ ਪਏ ਸਨ, ਉਹ ਇੱਕ ਅਲਮਾਰੀ ਵਿੱਚ ਪਏ ਸਨ। ਅਲਮਾਰੀ ਵਿੱਚ ਜਦੋਂ ਉਹ ਕਾਗਜ਼ ਨਹੀਂ ਲੱਭੇ ਉਹਨਾਂ ਨੂੰ, ਉਹਨੇ ਫਿਰ ਉਹ ਜੰਤਰ ਫਿੱਟ ਰੱਖਿਆ। ਕੁਝ ਦਿਨਾਂ ਬਾਅਦ ਉਹ ਫਿਰ ਫਸ ਗਿਆ। ਉਹਨੂੰ ਪੁੱਛਿਆ ਵੀ ਕੰਮ ਤਾਂ ਤੇਰੀ ਸਾਰੀ ਗੱਲ ਠੀਕ ਹੈ, ਹੁਣ ਦੱਸ ਵੀ ਤੇਰੇ ਕਾਗਜ਼ ਨਹੀਂ ਲੱਭਦੇ। ਆਂਦਾ ਵੀ ਉਹ ਜਿਹੜੇ ਮੁਨਸ਼ੀ ਦੀ ਅਲਮਾਰੀ 'ਚ ਕਾਗਜ਼ ਪਏ ਸਨ, ਉਹ ਮੁਨਸ਼ੀ ਮੇ ਤੋਂ 7 ਦਿਨ ਬਾਅਦ ਮਰ ਗਿਆ। ਇਹਦਾ ਮਤਲਬ ਉਹਨਾਂ ਨੂੰ ਭੂਤਨਿਆਂ ਨੂੰ ਇੰਨਾ ਵੀ ਪਤਾ ਹੁੰਦਾ, ਉਹ ਮੁਨਸ਼ੀ ਮੇ ਤੋਂ 7 ਦਿਨ ਬਾਅਦ ਮਰ ਗਿਆ। ਉਹਦੀ ਆ ਫਾਈਲ ਨੰਬਰ ਹੈ, ਇਹ ਅਲਮਾਰੀ ਹੈ, ਇਸ ਫਾਈਲ ਨੰਬਰ ਵਿੱਚੋਂ ਮੇਰੀ ਕਾਗਜ਼ ਨਿਕਲ ਆਣਗੇ, ਇਹ ਕਢਾ ਲਓ ਤੇ ਮੇਰੀ ਘਰ ਦੀ ਦੇ ਨਾਂ ਕਰਵਾ ਦਿਓ। ਫਿਰ ਉਹ ਫਾਈਲ ਉੱਥੋਂ ਕੱਢੀ, ਨਿਕਲ ਗਏ ਕਾਗਜ਼ ਸਾਰੇ, ਉਹਦਾ ਕਬਜ਼ਾ ਦਵਾਇਆ, ਉਹ ਘਰ ਦੀ ਨੂੰ ਉਹਦੇ ਘਰ 'ਚ ਬਾੜਿਆ, ਤੇ ਨਾਲ ਉਹਨੂੰ ਕਾਗਜ਼ ਦਿੱਤੇ, ਉਹਦੀ ਪੂਰੀ ਉਹਨੂੰ ਜ਼ਿੰਮੇਵਾਰੀ ਦੇ ਦਿੱਤੀ। ਫਿਰ ਉਹ ਜੰਤਰ 'ਚ ਫਸਿਆ। ਉਹ ਆਂਦਾ ਵੀ ਮੈਂ ਤੁਹਾਡਾ ਕਿਰਪ ਧੰਨਵਾਦ ਕਰਨ ਆਇਆ, ਹੁਣ ਮੇਰੀ ਰੂਹ ਕਿੱਥੇ ਨੂੰ ਚਲੇ ਜਾਣੀ, ਮੈਂ ਧਰਤੀ ਤੋਂ ਨਿਕਲਣਾ, ਅੱਗੇ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ। ਜੇ ਤੁਸੀਂ ਇੱਥੇ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੋ, ਤੁਹਾਨੂੰ ਇਹ ਵੀ ਮੈਨੂੰ ਫਲਾਣੇ ਬਾਬੇ ਨਾਲ ਛਡਾ ਲੈਣਾ, ਮੈਨੂੰ ਉਹਨਾਂ ਛਡਾ ਲੈਣਾ, ਤੇ ਤੁਹਾਨੂੰ ਗੁਰੂ ਪਾਤਸ਼ਾਹ ਕਹਿੰਦੇ ਸਨ ਕਿ ਆਪੇ ਬੀਜ ਆਪੇ ਖਾ। ਤਾਂ ਅਸੀਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦੇ ਫਿਰਦੇ ਆ। ਮੈਂ ਵੀ ਡਰਿਆ ਵਾਂ ਮੌਤ ਤੋਂ, ਇਹ ਕਿੱਦਾਂ ਦਾ ਸਮਾਂ, ਮੁੜ ਕੇ ਨਾ ਜੰਮਣਾ ਪੈ ਜੇ। ਜਿਹੜਾ ਗਰੀਬ ਘਰ 'ਚ ਜੰਮ ਪਿਆ, ਉਹਦੀ ਕੀ ਹਾਲਤ ਹੈ? ਉਹ ਜਿੱਥੇ ਨਾ ਰੋਟੀ ਨਾ ਕੱਪੜਾ ਨਾ ਮਕਾਨ, ਕੀ ਹਾਲਤ ਹੈ ਉਹਦੀ? ਜਿਹੜਾ ਇੱਥੇ ਅੰਨਾ ਲੱਤਾਂ ਨਹੀਂ ਹੈ, ਉਹਦੀ ਕੀ ਹਾਲਤ ਹੈ? ਜੇ ਤੁਹਾਡੀਆਂ ਅੱਖਾਂ ਹੈਗੀਆਂ ਤਾਂ ਤੁਸੀਂ ਅੱਖਾਂ ਨੂੰ ਗਲਤ ਪਾਸੇ ਵਰਤਦੇ ਆ, ਜੇ ਲੱਤਾਂ ਹੈਗੀਆਂ ਤੇ ਤੁਸੀਂ ਚੋਰੀ ਤੇ ਜਾਂ ਕਿਸੇ ਦੇ ਇੱਜ਼ਤ ਲੁੱਟਣ ਨੂੰ ਵਰਤਦੇ ਆ। ਇਹ ਠੀਕ ਵਰਤੋਂ ਤੇ ਕੁਵਰਤੋਂ ਕੀ ਹੁੰਦੀ ਹੈ? ਇਹ ਗੱਲਾਂ ਸਾਰੀਆਂ ਗੁਰਬਾਣੀ ਵਿੱਚ ਦੱਸੀਆਂ ਹੋਈਆਂ ਨੇ।
एक दसिया होया भी जे इत्थे गुरु के बचनों की गुरु की कह रहा आ जरा सारे ध्यान नाल सुन लो गुरु जी की कह रहे हैं सानू। गुरु जी कह रहे ने कल्ले साडे गुरु जी नहीं कह रहे, मुहम्मद साहब भी कह रहे ने, ईसा भी कह रहा, राम कृष्ण भी कह रहे ने, कबीर रविदास बड़े बड़े जेडे भगत चोटी दे ने वो सारे जिन्हां दे अज दिन दिहाड़ मनाए जाते। शराबियां दा अज तक किसी बंदे ना दिन नहीं मनाया शराबी दा। बेईमान नूं लोकी मूँह दे उत्ते गल्लां कर जांदे ने। इस करके वो सारे ये गल मनदे ने। पांच गल्लां सांझियां मैं सोचदा वो भी थोड़े च आ जाण तो थोड़ा काफ़ी ज़्यादा भला हो सकता। पहली गल कोई भी बंदा झूठ नहीं बोल सकता। असी गल गल ते झूठ बोलते हैं। किड्डा वधिया सुथरा समाज हो जाएगा जो हर बंदे नूं ये गल क्यों होनी सी। ये गल इस करके बननी सी कि साडे मन में एक गल पाई है धर्म ने भी तू थोड़े चिर च मर जाना, अगे जाके तेरा लेखा होना, तेरे कीते कम्मां दा लेखा भी होना। डंगरां दा लेखा नहीं है, उड्डण वालियां दा लेखा नहीं। वो तो फसे ने जूनां विच, एक जून कढ़णगे दूजी जून च पै जाणगे। तेरा लेखा होना। हुण वो जे लेखा होना, जे तू ऐदां दे काम करेगा तेरा लेखा बहुत वधिया होएगा, तू फिर बंदे दी जून बचा सकदा। पर जे तू काम घटिया कर गया, हुण वो गल्लां की ने। वो पहली गल है झूठ नहीं बोलना, दूसरी गल है नशा कोई भी नहीं लेना। मनुख बंदे नूं जवानी का नशा, धन दौलत का नशा, औलाद का नशा, इस्त्री का सुंदर इस्त्री का नशा, रूप का नशा, एजुकेशन का नशा, प्रॉपर्टी का नशा, आ हिंदुस्तान च जात का भी नशा, जट किहदे नालों घट, ये भी नशा बुद्धू बनाया पिया। इदां दीयां गल्लां कह के तुहानूं कोई जट कहदा जिन्हें शराब ना पीती होए। इहो जिहियां गल्लां तुहाडे मड़ के तुहाडी बुद्धि भ्रिष्ट करा दित्ती हुई है। की तुसीं धर्म दे समागम करदे हो? तुहानूं लोड़ ही नहीं सी इन्ने पैसे खर्च करन दी मित्रो। तुहानूं तां हर रोज़ सवेरे ते शाम नूं गुरुद्वारे बैठण दी लोड़ सी। वो तुसीं बैठे नहीं, तुसीं तुर गए बाबियां दे डेरियां नूं, उत्थे पैसे चढ़ाते, थोड़े प्रशादे छक ले। जां कई डेरे ऐसे भी है जो तुहानूं प्रशादा भी नहीं किसी ने दिता। 1.5 घंटा बैठे रहे, उत्थे पग्गां बन गए, प्रशादा किसी ने नहीं पुछया, ना प्रशाद वंडिया, ना अरदास होई, ना उत्थे बोले सो निहाल होया। वो सिखां दा हैगा बोले सो निहाल, सत सरी। मुसलमानों का है अल्लाहू अकबर। यह है धर्म। ईसाइयां दा अपने है, उन्हां च ऐसी जोश वाली गल्लां नहीं है। उन्हां च ये साडे च है। जब अत ही रण में तब जूझ मरूं, जब आपकी औद निधान बने। ये सिखां नूं है, उन्हां च जोश भरिया होया। तां ढाडियां दीयां 12 गुरु हरगोबिंद साहब ने शुरू कीतियां सन कि ये एवं ना किसी के थले लगे रहन। जे ऐसी हालत च अपने देश की खातर, अपने समाज की खातर ये शहीद भी हो जाएंगे, इन्हां दी रूह बहुत चंगे थां ते जाएगी। ते जे जित जाणगे ते राजे बन गए। गल्लां तां सिर्फ 2 ही सी। हुण तुहानूं रेड राती है समैक ने, मैनूं पता लग्या इत्थे सहारी भी एक जिम खोली है, इत्थे भी एक मेरे मगर मुंडा फिरदा सी भी मैं भी एक जिम खोली है। अच्छी सोच है जिम विच बच्चों का। पर जे जिम विच जिम ला के उस तो बाद जे दवाइयां खा खा के जिम लानी है, जां कोई गेम कर लग्या दवाई दे टीके लवाने हैं, तो 3-4 मुंडे साडे मर गए। एक तो अठवाड़ा का, उहदा नाम महावीर सी मुंडे का, चंगा रीडर सी, पंजाब का नहीं इंटरनेशनल लीडर सी। वो मर गया एकदम, पता नहीं की चीज़ खा गया। होर मर गया भगवानपुर का, एक इत्थों का मस्तकोट का। कोई ऐसिया चीज़ां खा लैनियां भी इक्को दम मेरे च जोश आ जाए, मैनूं अग लग जाए। ये चीज़ां इदां दियां घातक ने। वो पहले बंदियां ने जे ताकत फड़ी है तो बदाम खाधे है, माड़ा मोटा घ्यो खाधा है जां दुध पीता है, होर उन्हें कोई भी दवाई नहीं सेवन की। इन्हें तो अग ला दी है पंजाब नूं। इस करके प्यारिओ मैं तां बेनती करता जा रहा सी, मैं किसी पासे निकल जाना, दिमागी अपसैट होया
मैं थोड़े तो असीस लैनी सी भी मैं थोड़े नाल थोड़ी जी गल करा। थोड़े च बड़ी समर्था है, तुसी गुरु का रूप हो। मैं ना कोई बाबा हाँ, ना कोई मैं संत हाँ, ना मेरे च कोई बाबा बड़िया होया है, ते ना मैं ऐसी कोई गल किसी नाल साझी करन नूं तैयार हाँ। थानू बगड़ा के अपने मगल लाण वास्ते जथे विच कोई भी शख्सियत नहीं है जिहड़ी सोचे भी मैं एडे बंदियां दा गुरु बन जावां जां ये बंदे मेरे पैरी हथ लाया करन। असी सारे थानू कहने हैं आगे आप सिंह जो आवे की कहे वाहिगुरु जी का खालसा वाहिगुरु जी की फतेह बुलावे। ये असी कहने हैं। इत्थे घूमणी भी मैं देखिया जिहड़े बंदे ने संतां कोल जाना उन्हीं कहना जेड़ा भी किसी नूं तकीए ते बैठण दा मौका मिल जाए वो कदे टंगी हथ ना लवाए। अज तुसीं बुद्धि भ्रिष्ट कर दित्ती है, कोई ओहदे पैरी हथ लाण लग पिया। तुसीं ठीक सी पैरी पैना जग वरताया सी, पर अगे जाके तुहानूं पता नहीं लग्या भी मैं पैरी किहदे हथ लाण डिया। मैं ना असीं हुण किहदे हथ लाना सी, असीं सिर झुकाना सी श्री गुरु ग्रंथ साहब अगे। इत्थे एक सिर है ते एक था झुकना सी, बाकी असीं एक दूजे नूं कहना सी सही प्यारे मेल जिन्ना मिलिया तेरा। ये नहीं पूते गोडी फड़ लो दे बाबे ना हुणे मैनू दाने छुड़ जाने, बाबे ना मेरी दुकान चालू कर जानी। वो किसी ना थोड़ा इदां दा कोई भी काम नहीं करना। जे कोई थानू आप करना पैना अपन हथी अपना, वो बाबा थोड़े मूँह च बुरकी नहीं पाएगा, बाबा थोड़ी पैली नहीं बाएगा। जे बच्चा थानू बाबा दिंदा ते सारी दुनिया नू बच्चे बाबे नू किना पैदा किया, सारी दुनिया च बच्चे कित्थों आ रहे ने, पशुओं के बच्चे किवें आ रहे ने, कौन दे रहा? बाबा जी किहड़े ने जिहड़े आ सारा काम करते हैं? वो हैगे ने आद सच जगाद सच है पी नानक होसी पी। हुण मैं देखदा शरदा दीयां गल्लां हुंदियां ने भी बाबा जी ने उन्होंने चंगे रुतबे ते पहुंचाता, एक बंदे नूं रुतबे ते पहुंचाता, उन्हें मेहनत बड़ी की है, तो एक बंदा उन्हें भी बड़ी मेहनत की है पर उन्होंने कोई भी नौकरी नहीं मिली, बाबे कोल जाके भी नौकरी नहीं मिली। उन्होंने बाबा जी फिर दो पारे हो गए हैं, उहदे नाल बहुत प्यार हो गया, उन्हें चंगा रुतबा देता। यह है साडे कर्मां दी फिलोसफी। धरती ते आना उदों साडा लेख लिखिया जाता, जिहदे बारे सानू कहंदे ने लेख ना मिटी है सखी जो लिखिया। सानू तां बाबे ना कोई देता रुतबा, मोदी नूं किहड़े बाबे ना देता? इहनूं मोदी नूं प्रधानमंत्री किहड़े बाबे ने बनाया? किहड़े बाबे कोल सीस लैके गया हो? अडानी नूं किहड़े बाबे कोल गया हो? रशिया दे जिहड़े कामरेड ने वो किहड़े बाबे कोल गए है? तुसी ये हिंदुस्तान की धरती ते इस तरीके नाल तुहानूं गर करके थोड़ी पैसा भी लुटिया गया, थोड़ी इज्जत भी लुट लई, ते थोड़े पल्ले कख नहीं है। जो तुहानूं सीधे होकर गल कीती सी कि सब सिखन को हुक्म है गुरु मानियो ग्रंथ। इन्हीं संतां ने भी इहदे विचों नाम जपिया, इन्हीं भी ये बाणी पढ़ी है। जे एक फकीर अल्लाहू करके एक मरातबा हासिल कर सकता तो तुसी भी अल्लाहू करो। जे एक जिमीदार ने चंगी खेती लाई है, हुण तुसी उहदी खेती वड्ढण तुर पाओ भी इहदी कणक मेरे घर आ जाए, इहदा सारा कुछ मेरे घर आ जाए, मैं इहदी गोडी हथ ला देवां ते मैनूं अपनी कणक सारी वड्ढी मेरे घर सुट जाए। ऐसी एक दे घर सुट दे, दो दे सुट दे, की करूगा वो बंदा? इत्थों बेनती क्या है कि थानू चंगा इंसान चंगियां गल्लां दस सकदा है पर अपनी गल मना सारियां नूं नहीं सकदा। ये तो अपने मां प्यो की गल मनण तो भज गए। ये अज दे न्याणे हीरोआं दीयां गल्लां मनण लगे ने, कंजरां दीयां गल्लां मनण लगे ने, गुरुआं दीयां गल्लां भुलदियां जांदियां ने ते जिंदगी नरकमई बनदी जांदी है। बच्चे हस्पतालों च जम्मण डे ने, ऐनकां लगियां ने, शुगर बहुत ज्यादा हो रही है, बीपी हाई हो रहे ने, सब तो ज्यादा कैंसर पंजाब विच हो रहा, सब तो ज्यादा नशा इस पंजाब विच विक रहा। जिथे बड़े बड़े बाबियां दे समागम होए, बड़े बड़े 10-10 12 किले दे डेरे खुले जिस धरती ते, सब तो ज्यादा बुरी हालत इस धरती की हुई हुई है। असी कीती है ते होई है, परमात्मा ने नहीं कीती, असी कीती है। असी गंद पाया इहदे च। हुण सानू ही ये गंद इकट्ठा करना पैना।
इस करके ये जथे वालों थोड़े चरणों च कुछ इहो जिहियां बेनतियां कीतियां जांदियां ने जिहदे च तुहानूं मेन पॉइंट असीं दिंदे हैं कि प्यारिओ अपने धर्म सब तो पहला रलना ਉਹਦਾ च कौमी प्यार हुंदा। तुसीं मोटा जिहा आइडिया लाओ, जिहड़ा मुंडा स्कूल च दाखल नहीं होया ਉਹਨੂੰ स्कूल दे हाण लाभ नाल कोई भी इंटरस्ट नहीं, पर जिहदा मुंडा कई बार मैं उदाहरण दिना भी दो बजुर्ग ने, एक दा मुंडा बांगूआणी स्कूल च दाखल होया वा, दूसरे दा ਉਹਦੇ सगे भरा दा मुंडा ਉਹ ਹੋਇਆ ਘੁੰਮਣੀ जा के दाखल। ਹੁਣ ਉਹ ਜਿਹੜੇ ਦੋਏ ਬੱਚੇ ਨੇ ਉਹ गेम ਕਰਦੇ ਨੇ, ਘੁੰਮਣ ਵਾਲਾ ਵੀ गेम ਕਰਦਾ ਤੇ ਬਾਂਗੋਂ ਵਾਲਾ ਵੀ ਕਰਦਾ। ਹੁਣ ਇਹਨਾਂ ਦੋਹਾਂ ਸਕੂਲਾਂ ਦੀ ਟੀਮ ਆ ਗਈ ਆਮਣੋ ਸਾਹਮਣੀ ਹੋ ਗਈ। ਹੁਣ ਜਿਹੜਾ ਘੁੰਮਣਾ ਜਿਹਦਾ ਬੱਚਾ ਦਾਖਲ ਹੋਇਆ ਵਾ ਉਹ ਕਿਹੜੀ ਟੀਮ ਨੂੰ ਜਿਤਾਣਾ ਚਾਹੁੰਦਾ ਵੀ ਕਿਹੜੀ ਟੀਮ ਜਿੱਤੇ। ਉਹ ਦੋਏ ਸਗੇ ਭਰਾ ਹੈ, ਇੱਕ ਦਾ ਬੱਚਾ ਬਾਂਗੋਆਣੀ ਸਕੂਲ ਚ, ਦੂਸਰੇ ਦਾ ਬੱਚਾ ਘੁੰਮਣੀ, ਦੋਏ ਖੇਡ ਰਹੇ ਨੇ, ਪਲੇਅਰ ਨੇ। ਹੁਣ ਘੁੰਮਣਾ ਦਾ ਜਿਹੜਾ ਬੱਚਾ ਪੜਦਾ ਉਹ ਕੀ ਸੋਚਦਾ ਵੀ ਕਿਹੜੀ ਟੀਮ ਜਿੱਤੇ, ਬਾਂਗੋਆਣੀ ਦੀ ਜਿੱਤ ਜੇ ਕਿ ਘੁੰਮਣ ਵਾਲੀ ਜਿੱਤ ਜਾਏ। क्यों कह रहा ਉਹਦਾ मुंडा बिच प्लेयर है तो वह स्कूल च दाखल होया ते बांगोआणी दा की कहूगा भी केड़ा स्कूल जित जाए। वह कहेगा बांगोआणी जित जाए क्योंकि ਉਹਦਾ मुंडा उत्थे पढ़ना। ਇਹਦਾ मतलब यह है भी जिन्ना चिर तक तुसीं कौम विच नहीं जुड़दे, सिख कौम विच दाखल नहीं होंदे, उन्ना चिर तक तुहानूं कोई भी कौम दा दुख नहीं। ये करके असीं तुहाडे चरनां च बेनतियां करदे हैं भी ईसाई पानी च गोता लैके अपने धर्म च रल जांदा, मुसलमान सुनत करा के अपने धर्म च रलदा ते हिंदू जनेऊ पा के रलदा ते सारे सिखां नूं हुक्म होया वा। ये गल क्यों नहीं चक्की मेरे बुजुर्गां ना? कारण की सी? आ मैं कमेटी वालियां वालों भी सुनिया, उन्हां दे भी प्रचारक बेचारे वो रखे ने जिन्हां नूं बहुत घट आंदा, उन्होंने 8-10 हज़ार ते प्रचारक रखिया वा, तनख्वाह पता नहीं किन्नी पानी किन्नी नहीं पानी, उन्होंने बेशक 10,000 भी ना दिता जाए। इस तरीके का धर्म के नां ते ठगी ठोरी चल रही है। जाग पाओ, औलाद थोड़ी एक या दो बच्चे रह गए, घरां दे घर थोड़े खाली होण डे ने, कौमां बनाणियां बहुत औखियां होईयां ने। जे इस रास्ते च तुरे रहोगे थोड़े अंदर सब तो पहला इंटरस्ट पैदा होए। असीं आने मुसलमान बधण, सानू कोई इतराज नहीं, ईसाई बधण कोई इतराज नहीं, हिंदू बधण, पर सिख मुक्कण क्या रहन? जे रहन तां किहदी जिम्मेवारी है? शराबियां दी? क्या जिहड़ा नूर महल चले गया? कोई मुसलमान साडे गुरुद्वारे आना पसंद नहीं करता, कोई ईसाई थोड़े गुरुद्वारे आना पसंद नहीं करता, कोई भी ईसाई थोड़े किसी बाबे कोल जाके बैठा होगा तो गल करियो, तुसीं है जिथे मर्जी बह गए। पंजाब की धरती के तुसीं मालिक सी, इस धरती दे अज ये धरती कलाट कर दी है, इसकी पुकार सुननी पैनी है। गुरु नानक पातशाह रहमत करन, ये मुबारक जमीन गुरु नानक नाल जुड़ी हुई है। पढ़ाई च लाइक हो बच्चों, हर एजुकेशन ऐदा की धरती भारत में बहुत थोड़ा टोटा निकलेगा जिन्ना की धरती ते तुसीं जम्मे हो। इस करके जथे वालों जिथे थोड़े नाम अगर सिंह ते कौल लगते ने, जिथे थोड़े आनंद कारज बनते हैं, हिंदुओं का मंदिर है, ईसाइयों का गिरजा है, मुसलमानों की मस्जिद है, ते सिखां का गुरुद्वारा है। सिखां के गुरुद्वारे के बाहरले पासे निशान साहब है, उपर एक खड्डा लग्या होया, उन्होंने 2 कलरां का निशान साहब का चोला चाढ़िया जाता। जेडे अज दे बच्चे दस्तार नहीं सजा सकते, वो निशान साहब नूं चोला किवें चाढ़नगे? टोपियां पाउण वाले इस करके कुड़ियां दे छड्ड छडाई दे केस, कुड़ियां दे रिश्ते करने की प्रॉब्लम, सिखां ने कुड़ी सिख नूं देनी है, ईसाई नूं नहीं देनी, मुसलमान नूं नहीं देनी। हुण तां यह भी खुला होण लग्या पिया, चाहे सिखां दी कुड़ी किसी ईसाई नाल चले जाए, चाहे ईसाइयां दी कुड़ी किसी होर नाल चल जाए। इन्हां गल्लां च सरकार दे रोल हुंदे ने। सानूं कोई इतराज नहीं। हुण जिहड़ी आपां हजे तक सारी पक्की गल असीं सिखां दी कुड़ी सिख नूं दिंदे अजे तक साडे धर्म विच लिखिया होया, क्योंकि उत्थे साडा सिद्धांत रलदा। वो घर वाले भी नितनेम करनगे, असीं भी नितनेम करना। वो घर विच भी नशा नहीं है, साडे घर च भी नशा नहीं है।
ਉਹ ਘਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਸੀ, ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ। ਚਾਹੇ ਉਹ ਘਰ ਅਮਰੀਕਾ 'ਚ ਹੈ, ਚਾਹੇ ਉਹ ਯੂਪੀ 'ਚ ਹੈ, ਚਾਹੇ ਉਹ ਬਿਹਾਰ 'ਚ ਹੈ, ਚਾਹੇ ਉਹ ਸਿੱਖ ਪਾਕਿਸਤਾਨ 'ਚ ਹੈ, ਅਸੀਂ ਕੁੜੀ ਸਿੱਖ ਨੂੰ ਦੇਣੀ ਹੈ। ਹੁਣ ਜਦੋਂ ਕੁੜੀ ਸ਼ਰਾਬੀਆਂ ਦੇ ਘਰ ਜਾਂਦੀ ਹੈ, ਉਹਨੂੰ ਵੀ ਉਹ ਵੀ ਕਹਿੰਦੇ ਸਿੱਖ ਹੈ। ਉਹਦੇ ਨਾਮ ਅਗਰ ਸਿੰਘ ਜ਼ਰੂਰ ਲੱਗਿਆ, ਪਰ ਉਹਨੂੰ ਸਿੱਖੀ ਦਾ ਕੱਖ ਨਹੀਂ ਪਤਾ ਵੀ ਸਿੱਖੀ ਹੁੰਦੀ ਕੀ ਹੈ। ਇਸ ਕਰਕੇ ਜਥੇਬੰਦੀ ਤੁਹਾਡੇ ਪਿੰਡਾਂ 'ਚ ਤੁਰ ਫਿਰ ਕੇ ਗੁਰੂ ਪਾਤਸ਼ਾਹ ਦਾ ਹੋਕਾ ਦਿੰਦੇ ਆ ਵੀ ਤੁਹਾਡੇ ਅੰਦਰ ਕੌਮੀ ਪਿਆਰ ਜਾਗ ਪਏ। ਕੁਛ ਤੁਸੀਂ ਜਿਹੜੇ ਕਮਾਈ ਕਰਦੇ ਆ ਉਹਦਾ ਟੈਕਸ ਤੁਸੀਂ ਭਾਰਤ ਸਰਕਾਰ ਨੂੰ ਦਿੰਦੇ ਹੋ। ਤੁਹਾਡੇ 67% ਟੈਕਸ ਤੁਹਾਡਾ ਲੋਕਾਂ ਦਾ ਕਮਾਈ ਦਾ ਭਾਰਤ ਦੀ ਸਰਕਾਰ ਚਲਾ ਰਹੇ ਆ। 33% ਜਿਹੜਾ ਟੈਕਸ ਹੈ ਉਹ ਹੈ ਜਿਹੜਾ ਆਪਾਂ ਮੁਲਾਜ਼ਮ ਹੈ, ਫੌਜੀ ਨੇ ਜਾਂ ਜਿੰਨੀ ਤਨਖਾਹ ਜ਼ਿਆਦਾ ਆ, ਜਿਹੜਾ ਉਹਦੇ ਚ ਰੇਂਜ ਵਿੱਚ ਆ ਗਿਆ, ਉਹਦਾ ਜਿਹੜਾ ਆਪਣੀ ਇਨਕਮ ਟੈਕਸ ਵਿੱਚ, ਉਹਨੂੰ ਉਹ ਕਟਾਣਾ ਪੈਣਾ ਪੱਕਾ। ਤੇ ਬਾਕੀ ਜਿਹੜਾ 33 ਉਹ ਹੈ, ਤੇ ਜਿਹੜਾ ਸਿੱਧਾ ਜਾ ਰਿਹਾ ਤੁਹਾਡਾ ਟੈਕਸ ਉਹ 67% ਹੈ। ਤੁਹਾਨੂੰ ਤਾਂ ਪਿੰਡਾਂ 'ਚ ਪਤਾ ਨਹੀਂ ਹੈ ਵੀ ਤੁਹਾਡੀ ਕੀ ਹਾਲਤ ਹੋ ਗਈ ਹੈ। ਕੋਈ ਕਾਲੀਆ ਨਿਕਲ ਪਿਆ, ਕੋਈ ਕਾਂਗਰਸੀ, ਜਿਹੜਾ ਮਰਜ਼ੀ ਹੋਏ, ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ ਬਾਰੇ ਸੋਚੋ, ਜਿਹੜੇ ਪਿੰਡ 'ਚ ਤੁਹਾਡੇ ਬੱਚਿਆਂ ਦਾ ਜਵਾਨ ਹੋਣਾ, ਜਿਹੜੇ ਪਿੰਡ 'ਚ ਤੁਸੀਂ ਮਰਨਾ, ਜਿਹੜੇ ਪਿੰਡ 'ਚ ਬੁੱਢਿਆਂ ਨੂੰ ਤੁਹਾਨੂੰ ਪਾਲਿਆ ਪੋਛਿਆ, ਉਹ ਪਿੰਡ ਤੁਸੀਂ ਗੰਦਾ ਕਰਨਾ ਕਿ ਚੰਗਾ ਕਰਨਾ, ਇਹ ਅੱਜ ਤੁਹਾਨੂੰ ਸੋਚ ਲੈਣੀ ਪੈਣੀ ਹੈ। ਤੁਹਾਡਾ ਅਸਰ ਕੱਲਾ ਤੁਹਾਡੇ ਤੇ ਜਾਂਦਾ ਕਿ ਤੁਹਾਡੀ ਔਲਾਦ ਤੇ ਵੀ ਜਾਊਗਾ, ਕਿ ਤੁਹਾਡੇ ਬੁੱਢਿਆਂ ਤੇ ਵੀ ਜਾਊਗਾ, ਤੁਹਾਡੀ ਕੌਮ ਤੇ ਵੀ ਜਾਊਗਾ ਵੀ ਕਿਹਨਾਂ ਦਾ ਮੁੰਡਾ ਹੈ। ਉਹ ਕਹਿਣਗੇ ਸਿੱਖਾਂ ਦਾ ਮੁੰਡਾ ਹੈ ਜਿਨ੍ਹਾਂ ਗੰਦ ਪਾਇਆ। ਤੇ ਜੇ ਚੰਗਾ ਕੰਮ ਕਰੋਗੇ ਤੇ ਕਹਿਣਗੇ ਸਿੱਖ ਬੜੇ ਚੰਗੇ ਹੁੰਦੇ ਨੇ। ਇਹਦਾ ਤੁਹਾਡੀ ਆਪਣੀ ਆਊਟਪੁੱਟ ਹੋਣੀ ਹੈ। ਇਸ ਕਰਕੇ ਪਿਆਰਿਓ, ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਇਹ ਸਟੇਜ ਤੇ ਜਿੱਥੇ ਵੀ ਕੀਰਤਨ ਹੁੰਦਾ ਉੱਥੇ ਦੋ ਤੁਕਾਂ ਖਾਸ ਤੌਰ ਤੇ ਪੜੀਆਂ ਜਾਂਦੀਆਂ ਨੇ। ਇੱਕ ਪੜੀ ਜਾਂਦੀ ਪੀਵੋ ਪਹੋਲ ਖੰਡੇ ਧਾਰ, ਵੀ ਜੇ ਉਹਨਾਂ ਦੀ ਸੁਨਨਤ ਹੈ, ਉਹਨਾਂ ਦਾ ਪਾਣੀ 'ਚ ਗੋਤਾ ਹੈ, ਉਹਨਾਂ ਦਾ ਜਨੇਊ ਹੈ, ਤੇ ਸਿੱਖਾਂ ਦਾ ਕੀ ਹੈ, ਪੰਜਾਂ ਪਿਆਰਿਆਂ ਤੋਂ ਪੌਲ ਛਕਣੀ। ਫਿਰ ਉਹਨਾਂ ਦੇ ਹੈ ਸਲਾਮ ਅਲੈਕਮ, ਉਹਨਾਂ ਦਾ ਹੈ ਸਲਾਮ ਦੁਆ। ਹਿੰਦੂਆਂ ਦਾ ਹੈ ਰਾਮ ਰਾਮ ਨਮਸਤੇ, ਸਿੱਖਾਂ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੀ ਹੈ ਪ੍ਰਾਰਥਨਾ ਹਿੰਦੂਆਂ ਦੀ, ਈਸਾਈਆਂ ਦੀ ਹੈ ਦੁਆ, ਮੁਸਲਮਾਨਾਂ ਦੀ ਹੈ ਦੁਆ, ਤੇ ਸਿੱਖਾਂ ਦੀ ਹੈ ਤੂੰ ਠਾਕਰ ਤੁਮ ਪੈ ਅਰਦਾਸ। ਉਹਨਾਂ ਦਾ ਗ੍ਰੰਥ ਹੈਗਾ ਬਾਈਬਲ, ਪਵਿੱਤਰ ਗ੍ਰੰਥ ਹੈ। ਉਹਨਾਂ ਦਾ ਗ੍ਰੰਥ ਹੈਗਾ ਕੁਰਾਨ। ਹਿੰਦੂਆਂ ਦੇ ਗ੍ਰੰਥ ਬਹੁਤ ਨੇ, ਜ਼ਿਆਦਾ ਗੀਤਾ ਤੇ ਰਾਮਾਇਣ ਚੱਲਦੀ ਹੈ, ਮਹਾਭਾਰਤ, ਇਹ ਤਿੰਨ ਗ੍ਰੰਥ ਜ਼ਿਆਦਾ ਚੱਲਦੇ ਨੇ ਇਹਦੇ ਵਿੱਚ ਹਿੰਦੂ ਸਮਾਜ ਵਿੱਚ। ਤੇ ਉਹਨਾਂ ਦੇ ਹੈਗੇ ਗ੍ਰੰਥ, ਤੇ ਸਿੱਖਾਂ ਦਾ ਹੈਗਾ ਸ਼੍ਰੀ ਗੁਰੂ ਗ੍ਰੰਥ। ਇਹਨਾਂ ਚੋਂ ਕੋਈ ਵੀ ਗ੍ਰੰਥ ਸਿਰ ਤੇ ਨਹੀਂ ਉਠਾਇਆ ਜਾਂਦਾ, ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਉਠਾਇਆ ਜਾਂਦਾ। ਕਿਸੇ ਵੀ ਗ੍ਰੰਥ ਦਾ ਇੰਨਾ ਵੱਡਾ ਆਕਾਰ ਨਹੀਂ ਹੈ ਜਿੰਨਾ ਆਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਜਿਹਦੇ 'ਚ ਮੁਸਲਮਾਨਾਂ ਦੀ ਵੀ ਤਾਰੀਫ ਕੀਤੀ ਹੋਈ ਹੈ। ਮੁਸਲਮਾਨ ਕਿੱਦਾਂ ਦਾ ਹੋਣਾ ਚਾਹੀਦਾ ਇਹ ਵੀ ਦੱਸਿਆ ਹੋਇਆ, ਪੰਡਤ ਹਿੰਦੂ ਕਿੱਦਾਂ ਦਾ ਹੋਣਾ ਚਾਹੀਦਾ ਪੰਡਤ ਇਹ ਵੀ ਦੱਸਿਆ ਹੋਇਆ, ਤੇ ਜਿਹੜਾ ਕੋਈ ਭਗਉਤੀ ਹੈ, ਭਗਤ ਹੈ, ਉਹ ਕਿੱਦਾਂ ਦਾ ਹੋਣਾ ਚਾਹੀਦਾ ਇਹ ਵੀ ਦੱਸਿਆ ਹੋਇਆ। ਆਮ ਮਨੁੱਖ ਕਿੱਦਾਂ ਦੇ ਹੋਣੇ ਚਾਹੀਦੇ, ਇਹ ਸਾਰੀਆਂ ਗੱਲਾਂ ਖੋਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖੀਆਂ ਹੋਈਆਂ ਤੇ ਤੁਹਾਡੀ ਬੋਲੀ 'ਚ ਲਿਖੀਆਂ। ਇਸ ਕਰਕੇ ਤੁਹਾਡੇ ਚਰਨਾਂ 'ਚ ਅਸੀਂ ਬੇਨਤੀ ਕਰਦੇ, ਘੱਟੋ ਘੱਟ ਪਿੰਡਾਂ 'ਚੋਂ ਨਸ਼ੇ ਮੁਕਾ ਦਿਓ। ਜਿਹੜਾ ਬੰਦਾ ਵੇਚਦਾ ਉਹਦਾ ਘਰ ਘੇਰ ਲੋ, ਸਰਕਾਰ ਨਾਲ ਨਹੀਂ ਕੰਮ ਕਰਨੇ। ਔਰ ਮੈਂ ਇੱਕ ਬੇਨਤੀ ਕਰੂੰਗਾ ਗੁਰੂ ਦੀ ਹਜ਼ੂਰੀ ਵਿੱਚ, ਜਿਹੜਾ ਬੰਦਾ ਲੋਕਾਂ ਨੂੰ ਨਸ਼ੇ ਦੇ ਕੇ ਆਪਣੀ ਕੋਠੀ ਬਣਾਏਗਾ ਜਾਂ ਗੱਡੀ ਲਾਏਗਾ, ਇੱਕ ਦਿਨ ਫੁੱਟ ਕੇ ਰੋ ਕੇ ਪਛਤਾਏਗਾ। ਐਨੇ ਘਰਾਂ 'ਚ ਅੱਗ ਲਾ ਕੇ ਆਪਣੀ ਕੋਠੀ ਬਣਾਉਣ ਲੱਗਿਆ, ਇਹ ਪਤਾ ਨਹੀਂ ਸੋਨੇ ਦੀ ਲੰਕਾ ਸੀ ਰਾਵਣ ਦੀ। ਅੱਜ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਬੰਦਾ ਨਹੀਂ ਲੱਭਦਾ। ਇਹ ਜ਼ਿੰਦਗੀ ਦੀ ਚਾਲ ਹੈ, ਕਿਸੇ ਦਾ ਉੱਪਰ ਚੜ ਜਾਣਾ, ਕਿਦਾ ਥੱਲੇ ਡਿੱਪਣਾ। ਆ ਤੁਹਾਡੇ ਸਾਹਮਣੇ ਹੋਣ ਡਿਆ। ਆਪਣੇ ਆਪ ਨੂੰ ਰਾਜਾ ਕੈਪਟਨ ਸੀ, ਅੱਜ ਕੈਪਟਨ ਰਾਜਾ ਥੱਲੇ ਆਏ ਤੇ ਚੰਨੀ ਉੱਪਰ ਹੈ। ਇਹ ਤਾਂ ਰੱਬ ਦੇ ਰੰਗ ਨੇ, ਪਰ ਅਸੀਂ ਯਤਨਸ਼ੀਲ ਹਾਂ ਵੀ ਇਸ ਇਲਾਕੇ 'ਚ ਚੰਗਿਆਈ ਆਏ, ਸਾਡੀ ਧੀਆਂ ਇੱਜ਼ਤ ਨਾਲ ਜੀਣ, ਸਾਡੇ ਲੋਕ ਬੜੇ ਪਿਆਰ ਨਾਲ ਇੱਕ ਦੂਜੇ ਦੀ ਮਦਦ ਕਰਨ, ਝੂਠੇ ਪਰਚੇ ਨਾ ਕਟਾਣ, ਕਿਸੇ ਦੀ ਧੀ ਦੀ ਇੱਜ਼ਤ ਤੇ ਕੋਈ ਭਾਰੂ ਨਾ ਹੋਏ, ਕੋਈ ਕਬਰਾਂ ਤੇ ਜਾ ਕੇ ਤੇਲ ਨਾ ਪਾਏ ਸਿੱਖ, ਕੋਈ ਢਾਗੇ ਤਵੀਤ ਜੰਤਰ ਮੰਤਰ। ਉਹ ਤੁਹਾਡੇ ਲੋਕ ਇੱਥੋਂ ਦੇ ਆ ਗੁੱਜਰ ਇੱਥੇ ਬੈਠੇ ਐ ਕੁੰਜਰਾਂ ਦੇ ਪੁਲ ਦੇ ਲਾਗੇ, ਉਹਨਾਂ ਕੋਲ ਪੀੜੇ ਕਰਾਉਣ ਚ ਉਤਰ ਗਏ।
मैनू पता लग्या वडभाग साहब दी चौंकियां साडे इलाके चलन डईयां ने। ओ गुरु प्यारिओ, जे बाणी पढ़ोगे, नाम जपोगे, किते भी जाण दी लोड़ नहीं रहेगी। एक मौलवी सी, वो मौलवी ने कहा कि जिहड़े उन्होंने पूछा भी थोड़े च काला इलम हुंदा? आंदा हाँ हुंदा। वो आंदे भी किन्ना क असर हुंदा? आंदा बड़ा असर करदा। वो आंदा फिर कोई इहदा कोई हल की है? वो आंदा सिखो, इहदा हल तुहाडे कोल गुरबाणी है। जेड़े घर विच लगातार गुरबाणी चलती रहेगी, जपजी साहब दे पाठ, सुखमनी साहब दे पाठ करनगे, कमाई वधिया होएगी। उस घर च काले इलम दा कोई भी असर नहीं जाएगा। वो चीज थोड़े कोल पई हुई है। और एक DGP सी साडे पंजाब दा, वो एक हिंदू संत सी, उहदे कोल इंदिरा गांधी आंदी हुंदी सी, उहदी ड्यूटी लगी सी उत्थे यूपी विच। वो दसदा कि मेरे मन च भी आया भी जिन्ने सेंटर दे मिनिस्टर ने सारे बाबा कोल आंदे ने, मैं भी बाबे जी दे कोल मंग लवां, मैं इहदे आले दुआले रहना। वो एक दिन गया, उन्होंने जाके कहता भी जी मैनू कुछ मेरे ते कृपा करो। आखिर की चाहिदा? आंदा कोई जीवन का सुधार हो जाए। आंदा सिख ना? आखा हाँ। आंदा फड़ कापी, लिख एक ओंकार सतनाम, मूल मंत्र लिखा के कहता ऐ तो बड़ी चीज कोई नहीं। और इस मूल मंत्र नाल पाकिस्तान का जिहड़ा अयूब खान सी, वो आप लिख के उन्हें अपने कमरे च टंगिया होया है मूल मंत्र। वो मुंडियो जे गंदे गाने की गंदी तसीर है, ते मूल मंत्र की भी कोई तसीर है, जपजी साहब की भी कोई तसीर है। इस करके पछाणो अपनी नब्ज नू भी किधर नू चले हैं, अगे की आऊगा, किन्नी देर जी लवांगे, कित्थे जावांगे, मगर न्याणियां दी की हालत होएगी, कदे सोचो बह के। इस करके आज सानू इकट्ठे होने की लोड़ है। असी पाट गए हैं, भरा भरा दा बैर पै गया, घर घर विच बैर होया, एक बाबे दा दूजे बाबे नाल बैर चलदा, बाबियां दा बाबियां नाल बैर, मीडिया आ हालत हो चुकी है साडी। और लड़ाई जिथे भी होएगी तीन चीज़ां खास होणगियां, जर जोरू जमीन। पहली धन दौलत, जर मैंने धन दौलत, दूजी स्त्री, तीजी की है जायदाद। जिथे भी लड़ाई होगी, जे पांडवां दी होएगी, जे रामचंद्र दी होएगी, पर जे बाहर एक ऐसा जरनैल है श्री गुरु गोबिंद सिंह जी, जिन्हीं नाल पैसे की लड़ाई की है, ना किसी स्त्री से लड़ाई की है, ना किसी जमीन खोण से लड़ाई की है। जे लड़े ने गुरु साहब तो केवल जुल्म के विरुद्ध आवाज बुलंद की है। उन्होंने तुसी सिख हैं, उन्होंने आखे लागे तुसी सिंह ते कौल लाए हुए है। जिथे ये ना तुसी अपने नाल जोड़ के बैठे हो, हिंदुओं के नाम अगर सिंह नहीं लगते, मुसलमानों के नाम अगर सिंह नहीं लगते, वो सिंह मैंने शेर हुंदा, वो मुंडियो शेर दी कदे पूछ दे बाल नहीं वड्डिया जा सकता। वो तुसी जाके 100-100 रुपया दे के नाई कोलों मुछां वढा के मोटरसाइकिल दे मगर लातियां, गड्डी दे मगर लातियां मुछां। गड्डी नूं किसी ने सरदार नहीं कहना। तां तुहाडे चरनां च बेनतियां कीतियां जानियां कि हुण भी जाग पो, हुणे जाग पो। पहला तो जिहड़ी लंघ गई। अपने घरां च बाणी लियाओ, घरां चों यूट्यूबां दे गलत प्रशासन कड्डो, मीडिया विच जिहड़े TV लाते उन्हां दा गलत हिस्सा कड्डो। पर यह लगता है भी ये भी कोई हुक्म वरतना। जदों धरती ते इन्ना पद्धर होण लग पे, उदों धरती ते कोई रद्दो बदल आंदी हुंदी है। जदों बहुत ज़्यादा धुआं उत्ते चढ़ जाए तो फिर मींह आने की संभावना हो जाती है। इस करके प्यारिओ, जथे वालों आप जी के चरणों स्नेह रेहो बेनतियां कीतियां जांदियां ने कि भाई पिंडां विच तुसीं बैठे हो, थोड़े अंदर सिक्खी का प्रेम पैदा होए, एक दूजे दे जे भला नहीं करना तो बुराई ना करो, जे सच नहीं बोलना तो झूठे ना बोलो, जे नशे बेचने छड्डने ये गल मन लो तो तुहानू नशा बाणी का आ जाए, नाम का आ जाए। श्री गुरु ग्रंथ साहिब तो बिना जे तुसी कोई भी बंदा मेरे पंजाब का किसी ठेके ते ना खड़ा होए तो ठेका बंद हो जाएगा। जिहड़ा भी बंदा नशा पीएगा उहदे उत्ते लिखिया पीना सेहत लई हानिकारक है,
सेहत दुनिया ते बहुत बड़ी चीज़ है। जे सेहत है तो सब कुछ है, जे सेहत नहीं तो कुछ भी नहीं है। सेहत डंगरां नूं भी चाहिदी है, सेहत उपर उड्डण वालिआं नूं भी चाहिदी है, फसलां नूं भी सेहत चाहिदी है। अगली दूजी चीज़ हुंदी है पैसा। पैसा डंगरां नूं ते पंछियां नूं नहीं चाहिदा, पैसा केवल बंदियां नूं चाहिदा, चाहे हिंदू मुसलमान ईसाई कोई भी है, पैसा चाहिदा मनुख लई। ते जेड़े बंदे नशे पींदे उन्हां दे घरे ज़्यादा पैसा नहीं रहेगा। तीसरी चीज़ हुंदी इज्जत। इज्जत डंगरां नूं नहीं चाहिदी, इज्जत बंदिआं नूं चाहिदी है। जेड़ा भी बंदा नशे पीण लग पे उहदी कोई भी इज्जत ना समाज विच होएगी ना उहदे परिवार विच होएगी। ये तीजी चीज़ का नुकसान हो गया। चौथी चीज़ की चाहिदी है, कोई डंगर घर बना के नहीं रहिंदा। मैं बार बार डंगरां दा नाम इस करके लैना, ओ मित्रो डंगर कोई भी शराब नहीं पींदा, कोई भी डंगर समैक नहीं लैंदा। वो सिख तंबाकू लैण तक चले गए, तंबाकू तक, भुक्की फीम कोई चीज़ सिखा ने नहीं छड्डी। पर उन्होंने सिख कहना गलती है, वो सिख नहीं है। सिख उही है जिहड़ा गुरु के भाणे अनुसार चलता है, जिहड़ा गुरु के भाणे च नहीं आया वो सिख नहीं है। इस करके सिख खड़े होने की लोड़ है। सिक्खी नूं धारण करो ते गुरु पातशाह की खुशी के पात्र बनीए। सारियां दा भला जे मंगिया तो केवल सिखां ने मंगिया, नानक नाम चढ़दी कला केवल सिखां दा कड़ाह प्रसाद है। हिंदुआं दी है कड़ाही, सिखां दा की है कड़ाह प्रसाद। तीन चीज़ां बराबर पाईयां जानियां। जे नौजवान मुंडा मर जाए तां भी कड़ाह प्रसाद, जे नौजवान बच्चे की बच्ची की शादी है आनंद कारज है तां भी कड़ाह प्रसाद। वो सिखां दे आनंद कारज, हिंदुआं दे अग बाल के ब्याह, ईसाइयां ते मुसलमानां दे निकाह, सिखां दे पुरानी चढ़ाई करन तो बाद किस तरीके नाल असीं उहदी अंतिम यात्रा च चलते हैं। ये साडा एक रहत मर्यादा का टॉपिक है। अगली साडा एक टॉपिक है कि सिख पूजा किहदी करदा, कबरां दी करदा, जंतर मंतर धागे तवीत बहम भरम चांदा कि एक काल पुरख ते टेक रखदा ते नाल कहंदा जे सुख दे तां तुझे राधी दुख भी तुझे। ये पक्की गल है, हर सुख दे नाल की आना दुख आना, जवानी दे नाल बुढ़ेपा आना, जीवन दे नाल मौत आनी है। अमीरी गरीबी भी तब्दील होती रहती है। कोई बंदे अमीर हो जाते हैं, कोई बंदे अमीर गरीब हो जाते हैं, गरीब अमीर हो जाते हैं। ये सारा कुदरत का खेल है। मौला खेल करे सब आपे एक कड्डे एक। पर यह नहीं सोचना भी मौले ना मैनू शराब पींद आया होया, ये नहीं सोचना भी मौला ही कहता भी तू झूठ बोल, ते अगले पासे छित्र भी फिर मौला ही कहूगा भी खा। जाके थाने कह दो, उन्होंने कहो भी बाबा जी कहते सी उत्थे भी जो हो रहा हुक्म विच हो रहा। मैं तो हुक्म विच जो शराब कड्डी सी हुक्म च कड्डी सी, मैं वो आऊगा मैनू भी हुण हुक्म होण दिया छित्र मारन दा। हुण तू लम्मा पै ते मैं पट्टे मारने तेरे ते, मैनू हुक्म होण दिया हुण भी मार। ऐदां दे हुक्म अपने ते ना लागू करो। सब तो पहला सिख की परिभाषा देखो, कोई सिख कौन होंदे ने? जिहड़ा एक काल पुरख की पूजा करता है, श्री गुरु ग्रंथ साहब ते टेक रखता है, आपो जी फतेह बुलांदा है, सवेर का नितनेम ते शाम का नितनेम करदा, गुरु ग्रंथ साहब तो बिना किसी बाबे कोल, किसी कबर ते, किसी मड़े मसाण ते नहीं जांदा। ते पंज ककारी रहत दा पक्का हुंदा। यह है सिख की परिभाषा। इनू फॉलो करो, स्टैप बाय स्टैप बढ़ो। जे हजे बच्चे केस रखण तो गुरेज करते हैं, ये दुनिया की एक पहली कौम है जिन्हों सरदार लोग कहते हैं। सारी दुनिया च एक सिख खड़ा होए गुरु का। बाकी केस कट्टे वाले नूं पुछना पऊगा भी हिंदू ना कि ईसाई का मुसलमान होना, ते सिख नूं भी पुछना पएगा। उन्होंने लोग कहणगे उहदी शक्ल सूरत देख के, ये रब ने बनाई शक्ल, कुड़ियां नूं दाढ़ी मुछ नहीं लाई। अज मुंडे भी कुड़ियां बन नूं काले पे ने, कन्नां च बालियां पा के ते दाढ़ी मुछ मना के कुड़ियां वर्गा मूँह बनाण लगे ने। बहुता चाया तो अगे नूं अरदास करो भी मैं कोई कुड़ी बन के जम पावां ते मैं 5-4 न्याणे जम्मिया करूंगी। अकल नूं मारो हथ सारे इकट्ठे हो किसी तरीके नाल पिंडां विच। गुरुद्वारे बैठो, सवेर नूं शाम नूं बैठो, ईमानदारी की कमाई करो, झूठी गवाही देने ना जानो उठाए ठाणे। बिचे पुलिस इकट्ठी हो जाती है, आ लिखा दे, इनू भी लिखा दे, बिच वकील रलदा, ये सारे इकट्ठे हो गए झूठ का पलंदा बनाते ने। ते फसना उन्हीं भी है ते फसना उन्हीं भी, दोहां ने फसना। उत्थे सच्चे ही सच निबड़े। इस करके जे तुसीं ये गल्लां चुक लो
तो फिर साडे वर्गिਆਂ ਨੂੰ ਭੌਂਕਿਆਂ ਨੂੰ आके ਭੌਂਕਣ की कोई लोड़ नहीं होएगी। पिंडों पिंडी इकट्ठे रहो, अपने पिंड का पैसा अपने पिंड की गोलक च पाओ, कुड़ियां दे आनंद कारज पिंड के गुरुद्वारे च करो, सारा गुरुद्वारा सवेरे भरो शाम नूं भरो। एक पासे थोड़ी देर सवेर नूं बीबियां, एक पासे वीरे इकट्ठे होकर इदां बोलो, सतनाम वाहेगुरू 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 सतनाम वाहेगुरू। यह है थोड़े सवेर के टाइम ठंडे होने का मंत्र। शाम दिने तप जाओगे थोड़ा जहा कम्मा कारा, शाम नूं फिर मंत्र पढ़ लिया है गुरुद्वारे च बह के, किते बाबे कोल जाण दी लोड़ नहीं है। जे रब लभण दी कोई बंदा तमन्ना करदा ते रब लभण दा राह गुरबाणी दसेगी कि घर बैठे गुरु ध्याए हिरदे नाम वसायो, घर बैठे गुरु ध्यायो, हिरदे विच नाम नूं वसाण दा यतन करो। तां यह भी तरीका दस्या सी मेरे पातशाह ने कि अंतर गुर राधना, और जेवा जप गुर ते आ कन्ना नाल सुनना, जबान नाल बोलना, ये अपने आप अंदर नूं चले जाना। बुरकी सीधी अंदर नहीं जानी, कित्थों दी होके जानी है, मूँह थानी होके जानी। वो भी जे बूड़िए ठीक होणगे खिच्चण वाले अगे, जे बूड़िए खराब हो गए तो अगां खिचूगा नहीं, उन्होंने कैंसर कहते हैं, फिर इन्हूं थ्रोट कैंसर हो गई है। इस करके प्यारिओ ये तरीका अंतर गुर राधना, जे जप गुर नाओ, नित नी सतगुर पेखना, सरवणी सुनना गुर नाओ, सतगुर छेती रत्या दर गै पाइए, कोई बाबा नहीं देगा। इस तरीके नाल तुहानूं दरगाह थां मिलेगी। तो सिक्खी धारण करिए, थोड़े अंदर सिक्खी दी जिहड़ा बंदा सिख नहीं बनना चाहता अगे बढ़ के गल होगी, हजे तुसीं शुरू करो ये काम नूं। जिहड़ा बंदा नहीं चाहता सिख बनना, मैं हुण आना भी फिर राधा स्वामी कुड़ियां राधा स्वामी नूं देई जाण, उन्हां दी लड़ाई ना होए। निरंकारीए कुड़ियां निरंकारियां नूं देण ते कामरेड कुड़ियां कामरेडां नूं देण, वो आपो अपने पिंड बना लैण, उत्थे सारे ओहे रहिंदे होण, उत्थे सारे ओहे रहिंदे होण, फिर ऐदां लड़दे रहण जां किदां मर्जी रहण, फिर मैं कुछ नहीं कहंदा। ते जे सिख बनना है ते यह है तरीका। यूपी के सिख, पाकिस्तान के सिख कहता की है कि गुरु किसी का हक ना खाई, झूठ ना बोलनी, करैक्टर उच्चा रखी, एक परमात्मा तो बिना किसी के अगे सिर ना झुकाई। तेरा सिर एक है, एक अगे झुकेगा, थां थां दे सिर नहीं झुकाना। जिस दर पर सर ना झुके वो दर नहीं होता, जो दर दर पर झुक जाए वो सर नहीं होता। इत्थे भी मत्था टेक दिता, उत्थे भी मत्था टेक दिता, मत्था किते भी नहीं टिकया, एवें कर दिता। इस करके प्यारिओ थोड़े इकट्तर हो। मैं हुण यतन किया, हुण कीर्तनियां नाल थोड़ा चिर लाना तुहाडे नाल, तुसीं काले पै जाने, तुहाडी सिटिंग बड़ी थोड़ी हुंदी है। सब तो पहलां असीं सिटिंग बनानी हुंदी है। जे स्कूल च बैठना तां भी बच्चों नूं की बनानी पैनी, सिटिंग बनानी पैनी। जे बैठ के बाणी पढ़नी तां भी की बनाना पैना, सिटिंग बनानी पैनी। ਜਿਹੜੇ दरबार साहब ਜਿਹੜੇ ਵੀਡੀਓ ਕੀਰਤਨੀਆਂ ਕਰਦੇ ਨੇ, ਉਹਨਾਂ ਨੂੰ ਹਰ ਕੀਰਤਨੀਆਂ ਨੂੰ 3 ਘੰਟੇ ਦੀ ਸਿਟਿੰਗ ਬਣਾਉਣੀ ਪੈਂਦੀ। ਕਿੰਨੇ ਦੀ? आसा की वार 3 घंटे संपूर्ण होंगी है। तो 3 घंटे तपले वाला गोडे इधर नहीं कर सकता, लत्ता इधर नहीं कर सकता, बाजे वाला भी लत्ता नहीं कर सकता। ये होंगी सिटिंग। पहला संगत में सिटिंग बनाने का तरीका होंदा। हुण मेरे को ज़्यादा कोई टाइम नहीं है जिन्हें मैं तुहानूं होर गल्लां तुहाडे नाल सांझ पावां। हुण तुसीं कीर्तन सुनना आ, ये जथे वालों तुहाडे चरनां 'च फिर एक आखिरी बेनती है कि पीवो पौहल होए जन्म, कदे वेले बह के देखियो भी असीं कौम वास्ते की कीता। वो घर तुसीं कोठी बना ली, मुबारक है। कोई गड्डी लै ली, गां हुण तुहाडे चलणियां नहीं ये चीज़ां, गड्डी लै ली, मुबारक है। तुहाडा मुंडा कोई अफसर लग गया, बहुत चंगी गल है। पंजाब विच अफसर लगो, नकल ना मारो। पंजाब विच लैक्चरर लगो, वो लगो, प्रोफैसर लगो, DC बनो। पंजाब विच सारे पंजाबी, चाहे कोई ईसाई पंजाबी है चाहे हिंदू पंजाबी है, वो ये गल पंजाब नूं चुको। SSP पंजाबी होए, पंजाब के भले वास्ते यतन करना होए, देश का भला करना है, अपनी स्टेट का भला करना है। हरियाणिया नूं हरियाणवी का शौक है। वो पंजाब दे मुंडिओ सानू ताएबान गल्लां करदे ने भी तुसीं हरी सिंह नलूए की औलाद नहीं रहे। हरी सिंह नलूए का नां ना लाओ, हुण तुसीं समैका लैंदे हो।
ਅਸੀਂ 1500 ਸਾਲ तक कुड़ी ढाके रखी है, थोड़ियां कुड़ियां नंगा सिर करके तुरियां फिरदियां ने। सिखो, तुसी सिख नहीं रहे। वो असी अल्लाह तो बिना किसी ते विश्वास नहीं किया। वो सिखो, तुसी थां थां ते मत्थे टेकदे हैं, कदे कबरां साडियां मुसलमानां नहीं, उत्थे जाके तुसी तेल पाने हैं, असी कदे तेल नहीं पाते। तुसी सिख नहीं रहे। तुसी घरां दे काम कीते, देश नूं टैक्स घटाया, पंजाब सरकार नूं टैक्स दिते करके तां ये लगे ने मिनिस्टर साडे पैसों के सिर ते सब कुछ चलन दिया। थोड़े ते स्कूल थोड़े पैसों के बने, पिंडां च जिहड़े फेल कीते तुसीं प्राइवेटां च न्याणे पा के 20-20 हज़ार रुपया तुसीं दाखल देण लग पे हैं। ये नहीं भी सारे मुंडे DC लग जाने थोड़े। जिवें हर बच्चे का पढ़ना जरूरी है, इदां हर सिख का सिक्खी च दाखल होना भी जरूरी है। जे तुसी किसी भी बाबे के डेरे ते ना जाओ, जिहड़े बंदरा जिथे ना उथे फतेह, ना निशान साहब, ना कोई लंगर, ना कोई गुरु ग्रंथ साहिब दा प्रकाश, ना कोई चौर, ना छतर, कोई चीज़ नहीं है। ऐसे थां ते किते भी जाके ये सारियां चीज़ां साडे पिंड दे गुरुद्वारे च हैगियां, उत्थों सरसार होइए। इन्हां नूं भी पता लग जाए भी बाबा नानक कहंदा सी भी घाल खाए कुछ हथों दे, नानक रा पछाणे से। 17 साल बाबे नानक ने बाई की है और लालो सारी जिंदगी किले ठोकदा रहा, किले घड़दा रहा, तरखाने का काम नहीं छड्डिया। कबीर कपड़ा बुनदा रहा, रविदास जुत्तियां गणदा रहा, नामदेव छमाई करदा रहा। भाव किरत करनी साडे धर्म की पहला गल है। इस करके थोड़े तगड़े हो, जागृति पैदा करो। हुण जिथे ये गल्लां तुसीं कीतियां उत्थे ये सोचो भी मैं घर वास्ते कीता, देश वास्ते कीता, मैं कौम वास्ते की कीता, मैं सिख कौम बारे की सोचा अज तक, ये जरूर सोचो। इन्नियां बेनती करो प्रवान। गुरु पातशाह रहमत करन, थोड़ा ज़्यादा बोलण नालों सीधी हवा विच मारदा गला खुश्क हुंदा ते तुहाडे पिंड इदां सुखी बसण। एक चाह है भी असीं इस कौम नूं अगे लैके तुरीए। बड़ियां शहीदियां होईयां, बड़ियां कुर्बानियां होईयां। और मित्रो, जमदे बच्चे साडे नेजियां ते टंगे पए आ। 4 साल का बच्चा बाबा बंदा सिंह बहादुर का कालजा कट के मुँह च तुक्या जा रहा। असी किसी ने नफरत नहीं करते। सारे मुसलमान इक्को जे नहीं होंगे, सारे सिख भी इक्को जे नहीं होंगे। असीं आने थोड़े चंगे बंदे बच जाण ते गंदे बंदे घट जाण, वो फिर आपो जी साझा रखण। गंदे गंदे शराबी नूं कुड़ी दे के उत्थे भी कुड़ी नूं धक्के मारन, जिद्दां मर्जी करन, मैनूं कोई दुख नहीं। पर मेरा दुख है भी सानूं नशा किसी नूं भी कोई भी नहीं लेना चाहिए। ये हाथ जोड़ के बेनती है, पहला नशियां तो पिछे हटो, झूठ तो पिछे हटो, दूजे का भला करने का यतन करिए। डंगर नहीं करते काम, असी करते हैं। सो गुरु पातशाह साडे ते रहमत करन। असी अपने देश नूं, अपनी कौम नूं, अपने पिंड नूं, अपने घर नूं, घर तां चंगिया जाना जे पिंड चंगा होएगा। जे मेरे पिंड दे 20 मुंडे बिगड़ गए तो मैनूं इत्थे पिंड च कदे भी सुख शांति नहीं रहेगी। इस करके नौजवान बच्चे अपनी एनर्जी नूं गलत पासे ना लाण। इहो ताकत है। कोई दिन तो तुसीं बाणियां पढ़ी जाओ, कथा सीखी जाओ, सहज पढ़ रख लो, थोड़ा कोई चंगे पासे गुरु घर च लग जाए हाजरी। ये सन बेनतियां, इन्नियां बेनतियां प्रवान करनियां करो। जे दास कोलों आप जी की सेवा निभाने आ, कोई किसी मेरे वीर भैन नूं कोई मेरी किसी गल तो दुख लग्या होए, उन्होंने ये गल्लां ना चंगियां लगियां होण ते मैं सारी संगत तो गुरु पातशाह तो माफ़ी का हकदार है। मैं तो बाद भी मैनूं कह दो भी तू आ गलत बोल के आया तो मैं जरूर माफ़ी मंगूंगा, मैं बहसूंगा नहीं थोड़े नाल, क्योंकि मेरी कोई ऐसी करतूत नहीं थोड़े अगे खड़न दी। तुसीं मेरे वास्ते गुरु का रूप हो। इस करके गुरु पातशाह रहमत करन। ये सन कुछ गुरमत विचारां जड़ियां मैं कुछ समा वाधो लग गया शायद थोड़ा बहुत, ताकि इको तमन्ना है भी तुसीं जाग पाओ। हुण तुसीं सुत्ते रहे बहुत, किते ना जाओ तो चुप करके अपने पिंडां दे गुरुद्वारे उहदे गोलक च पैसा जरूर पाओ। जे जरूर बाबे जी के दर्शन करने जाने तो बिना पैसों तो जाके दर्शन करो, कोई गल नहीं। बाबे नूं की लोड़ है पैसों की, वो तो दाता, वो तो सानू सब कुछ दिंदा। जे सानू वो दिंदा तो अपने पैसे भी अपने कमा लिया करे, फिर साडी की लोड़ है उत्थे पैसों की। सानू समा दे दिया करे। जे पैसे देने जाते हैं भी तू तेल फूक के आया लै 100 रुपया चुक। इस करके साइकिल ज़्यादा वरतो, मोटरसाइकिल घट वरतो, गड्डियां घट वरतो, धारीवाल तक साइकिलों से जाओ, सरकारी स्कूलों बच्चों को पढ़ाओ, सरकारी हस्पतालों च इलाज कराओ, तो नाल नाल पिंड नूं इकट्ठा करो। पिंड विच गुरुद्वारे बह के समझौते करो। जो छोटी मोटी गलती हो गई है थाने जाके झूठ रपट ना दर्ज कराओ।
ਪਿੰਡ ਦੇ ਗੁਰਦੁਆਰੇ ਵਿੱਚ ਕੁੜੀਆਂ ਦੇ ਆਨੰਦ ਕਾਰਜ ਕਰਕੇ ਭੁੰਜੇ ਬਹਿ ਕੇ ਪ੍ਰਸ਼ਾਦਾ ਛਕਾਓ। ਇਹ ਪਹਿਲਾ ਪੈਗੰਬਰ ਹੈ ਨਾਨਕ, ਜਿਹੜਾ ਗਰੀਬ ਨਵਾਜ ਹੈ, ਨਿਮਾਣਿਆਂ ਦਾ ਮਾਣ ਹੈ। ਤੁਸੀਂ ਉਹਨਾਂ ਦੇ ਸਿੱਖ ਹੋ, ਤੁਹਾਡੇ 'ਚ ਗੁਣ ਆਉਣੇ ਚਾਹੀਦੇ ਨੇ। ਇਹਦੇ ਨਾਲ ਜਾਤ ਪਾਤ ਤੋਂ ਉੱਪਰ ਉੱਠੀਏ, ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਗੁਰਬਾਣੀ ਦੇ ਲੜ ਲੱਗੀਏ। ਸੁੱਖ ਦੁੱਖ ਵਿੱਚ ਗੁਰੂ ਦਾ ਪੱਲਾ ਫੜ ਕੇ ਰੱਖੀਏ। ਸੁੱਖ ਵਿੱਚ ਕਰੀਏ ਸ਼ੁਕਰਾਨਾ ਤੇ ਦੁੱਖ ਵਿੱਚ ਕਰੀਏ ਅਰਦਾਸ, ਤੇ ਹਰ ਟਾਈਮ ਨਾਮ ਜਪਦੇ ਜਰੀਏ ਸਿਮਰਨ ਕਰੀਏ। ਇਹ ਸੀ ਮੋਟੇ ਮੋਟੇ ਸਿਧਾਂਤ ਸਿੱਖੀ ਦੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਤੇ ਇੰਨੀਆਂ ਕੁ ਬੇਨਤੀਆਂ ਕਰਦੇ ਹਾਂ, ਮੈਂ ਖਿਮਾ ਵੀ ਨਾਲ ਮੰਗ ਰਿਹਾ ਕਿ ਜੇ ਮੇਰੇ ਤੋਂ ਕੋਈ ਕਿਸੇ ਨੂੰ ਗੱਲ ਐਸੀ ਲੱਗ ਗਈ ਹੈ ਵੀ ਐਵੇਂ ਬੋਲਦਾ ਬੁੱਢਾ, ਤੇ ਮੈਂ ਜ਼ਰੂਰ ਮਾਫੀ ਮੰਗ ਲੈਣਾ। ਮੈਨੂੰ ਕੋਈ ਬਹਿਸਣ ਦੀ ਕੋਈ ਲੋੜ ਨਹੀਂ ਹੈ। ਤੇ ਮੇਰੇ ਨਾਲ ਹੁਣ ਫਤਿਹ ਦੀ ਸਾਂਝ ਪਾਓ, ਫਿਰ ਜ਼ਰੂਰ ਥੋੜਾ ਚਿਰ ਕੀਰਤਨ ਹਜੇ ਹੋਰ ਹੋਣਾ। SDO ਸਾਹਿਬ ਨਾਲ ਵੀ ਤੁਹਾਡੇ ਨਾਲ ਕੀਰਤਨ ਦੀ ਸਾਂਝ ਪਾਣੀ ਹੈ। ਉਹ ਵੀ ਘਰੋਂ ਵਿਚਾਰੇ ਚੇਚੇ ਤੁਹਾਡੇ ਦਰਸ਼ਨ ਕਰਨ ਆਏ ਨੇ। ਤੇ ਮੈਂ ਤਾਂ ਚਾਹਨਾ ਹੁੰਦਾ ਵੀ ਮੈਨੂੰ ਤੁਸੀਂ, ਮੈਂ ਮਰਿਆ ਬੰਦਿਆਂ ਤੇ ਆ ਕੇ ਤੁਹਾਡੇ ਘਰ ਗੱਲ ਸਾਂਝ ਪਾ ਜਾਣਾ। ਇਹ ਵੀ ਕੀ ਕਰਨਾ ਚਾਹੀਦਾ ਪਤਾ ਨਹੀਂ। ਮੈਂ ਇੱਕ ਦਿਨ ਹੈ ਹਮ ਆਦਮੀ ਹਾਂ ਇੱਕਦਮੇ, ਪਤਾ ਨਹੀਂ ਅਗਲਾ ਸਾਹ ਆਣਾ ਕਿ ਨਹੀਂ ਆਣਾ। ਇਹ ਗੱਲ ਨੂੰ ਜ਼ਰੂਰ ਧਿਆਨ 'ਚ ਰੱਖਿਆ ਕਰੋ ਵੀ ਮੈਂ ਇੱਥੇ ਰਹਿਣਾ ਨਹੀਂ ਗਾ, ਮੈਂ ਇੱਥੇ ਰਹਿਣਾ ਨਹੀਂ, ਮੈਂ ਜਾਣਾ ਹੈ। ਜਾਣਾ ਪਰਲੋਕ ਨੂੰ, ਇਹ ਨਾ ਸੋਚੋ ਮੁੱਕ ਜਾਣਾ, ਇਹ ਸੋਚੋ ਪਰਲੋਕ ਜਾਣਾ, ਉੱਥੇ ਮੇਰਾ ਲੇਖਾ ਵੀ ਹੋਣਾ ਤੇ ਮੈਂ ਛੇਤੀ ਹੀ ਚੱਲ ਜਾਣਾ। ਇਹ ਗੱਲ ਧਿਆਨ ਰੱਖ ਕੇ ਫਿਰ ਵਧੀਆ ਵਧੀਆ ਕੰਮ ਕਰਨੇ, ਘਬਰਾਉਣ ਦੀ ਕੋਈ ਲੋੜ ਨਹੀਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ